वाहिगुरु जी का खालसा वाहिगुरु जी की फतेह। ਹੁਣ ਮਹਾਰਾਜ ਨੇ ਇੱਕ ਆਪਾਂ ਨੂੰ ਗੁਰਬਾਣੀ ਦੇ ਰਾਹੀਂ ਜਿਹੜਾ ਖੇਲ ਆ ਉਹ ਸਮਝਾ ਦਿੱਤਾ। ਮਹਾਰਾਜ ਕਹਿੰਦੇ ਕਿ ਜ਼ੋਰ ਦੁਆਰਾ ਜਿਹੜਾ ਆ ਆਪ ਦੇ ਜ਼ੋਰ ਦੁਆਰਾ ਜਾਂ ਹਉਮੈ ਦੁਆਰਾ ਜਿਹੜਾ ਆ ਉਹ ਨਾ ਤਾਂ ਮਾਲਕ ਦਾ ਬੋਲ ਕਿਹਾ ਜਾ ਸਕਦਾ। ਜਿਸੇ ਕਹਿ ਦਈਏ ਕਿ ਆਪ ਦੀ ਹਉਮੈ ਦੁਆਰਾ ਹੀ ਅਸੀਂ ਜੋ ਹੈ ਭਗਤੀ ਕਰ ਲਵਾਂਗੇ ਜਾਂ ਜ਼ੋਰ ਦੁਆਰਾ ਯਤਨਾਂ ਦੁਆਰਾ ਅਸੀਂ ਜਿਹੜਾ ਮਨ ਨੂੰ ਚੁੱਪ ਕਰਾ ਲਵਾਂਗੇ, ਉਹ ਕਹਿੰਦੇ ਹੋ ਨਹੀਂ ਸਕਦਾ। ਮਹਾਰਾਜ ਨੇ ਕਿਹਾ ਜਿੰਨੀ ਦੇਰ ਤੱਕ ਤੁਹਾਡਾ ਮਨ ਸਹਿਜ ਦੇ ਵਿੱਚ ਨਹੀਂ ਆਉਂਦਾ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਮਨ ਮੰਨਦਾ ਨਹੀਂ ਗਾ ਮਾਲਕ ਦੇ ਉਸ ਸ਼ਬਦ ਨੂੰ, ਉਸ ਨਾਮ ਨੂੰ, ਉਹ ਸੱਚ ਦੀ ਮਹਿਮਾ ਨੂੰ, ਜਿੰਨੀ ਦੇਰ ਤੱਕ ਮੰਨੇ ਨਾ ਉਨੀ ਦੇਰ ਤੱਕ ਇਹਨੇ ਚੁੱਪ ਨਹੀਂ ਹੋਣਾ। ਜ਼ੋਰ ਦੁਆਰਾ ਲਵਾਈ ਜਾਓ, ਚਾਹੇ ਜ਼ੋਰ ਦੁਆਰਾ ਸਿਮਰਨ ਕਰੀ ਜਾਓ, ਚਾਹੇ ਜ਼ੋਰ ਦੁਆਰਾ ਗੁਰਬਾਣੀ ਨੂੰ ਪੜ੍ਹੀ ਜਾਓ, ਆਪ ਦੇ ਕਹਿੰਦੇ ਯਤਨਾਂ ਦੇ ਨਾਲ ਜਿਹੜਾ ਆ ਉਹ ਇਹਨੇ ਤੁਹਾਨੂੰ ਨਹੀਂ ਮਿਲਣਾ। ਕਹਿੰਦੇ ਜਿੰਨੀ ਦੇਰ ਤੱਕ ਮਨ ਮੰਨਦਾ ਨਹੀਂ, ਕਹਿੰਦੇ ਮਨ ਮੰਨਿਆ ਤੋ ਹਰ ਜਾਣਿਆ। ਜਦੋਂ ਮਨ ਮੰਨ ਜੂਗਾ ਫਿਰ ਇਹ ਖੋਜੀ ਬਣ ਕੇ ਚੱਲਦਾ। ਸੋ ਗੁਰਬਾਣੀ 'ਚ ਕਹਿ ਦਿੱਤਾ ਆਖਣ ਜ਼ੋਰ ਚੁਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕਿ ਜਿੰਨੀ ਦੇਰ ਤੱਕ ਤੁਸੀਂ ਆਪਦੀ ਸਹਿਜ ਦੇ ਵਿੱਚ ਨਹੀਂ ਆਉਂਦੇ, ਵਿਚਾਰਾਂ ਦੇ ਵਿੱਚ ਹੀ ਉਹਦੇ ਤੋਂ ਮੰਗੀ ਜਾ ਰਹੇ ਹੋ, ਦਾਤਾਂ ਦੇ ਖੇਲ ਨੂੰ ਚਲਾਈ ਜਾ ਰਹੇ ਹੋ, ਤੇ ਕਹਿੰਦੇ ਇਹ ਜ਼ੋਰ ਦੁਆਰਾ ਜਿਹੜਾ ਖੇਲ ਆ, ਹਉਮੈ ਦੁਆਰਾ, ਤੁਹਾਡੇ ਆਪ ਦੇ ਫੁਰਨੇ ਦੁਆਰਾ, ਇਹ ਤੁਹਾਨੂੰ ਮਿਲਣਾ ਨਹੀਂ ਗਾ। ਕਹਿੰਦੇ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਹੁਣ ਆਪ ਦੇ ਜ਼ੋਰ ਦੁਆਰਾ ਹਰ ਕੋਈ ਚਾਹੁੰਦਾ ਕਿ ਮੇਰੀ ਜਿਹੜੀ ਜ਼ਿੰਦਗੀ ਆ ਮੈਂ ਸਰੀਰ ਨਾ ਛੱਡ ਕੇ ਜਾਵਾਂ, ਕਹਿੰਦੇ ਪਰ ਇਹਦੇ ਤੇ ਵੀ ਵੱਸ ਹੈ ਨਹੀਂ ਗਾ। ਮਰਨ ਨਾ ਜ਼ੋਰ, ਨਾ ਕੋਈ ਆਪਦੇ ਜ਼ੋਰ ਦੁਆਰਾ ਮਰ ਸਕਦਾ ਆ। ਜ਼ੋਰ ਨਾ ਰਾਜ ਮਾਲ ਮਨ ਸੋਰ। ਹੁਣ ਇੱਧਰ ਦੀ ਜ਼ਮੀਨ ਜਾਇਦਾਦ ਹਰ ਕੋਈ ਜਿਹੜਾ ਜੀਵ ਆ ਉਹ ਇਹੀ ਚਾਹੁੰਦਾ ਕਿ ਮੈਂ ਅਮੀਰ ਹੋ ਜਾ। ਕਿਹੜਾ ਜਿਹੜਾ ਇਹ ਨਹੀਂ ਕਹਿੰਦਾ ਕਿ ਮੇਰਾ ਹਾਈ ਸਟੈਂਡਰਡ ਹੋ ਜਾਵੇ, ਮੇਰੇ ਕੋਲ ਸੋਹਣੀ ਕੋਠੀ ਨਾ ਹੋਵੇ, ਸੋਹਣੀਆਂ ਕਾਰਾਂ, ਹਰ ਕੋਈ ਕਹਿ ਰਿਹਾ। ਪਰ ਕਹਿੰਦੇ ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਇਹ ਇੱਕ ਮਨ ਸ਼ੋਰ ਹੀ ਤੁਹਾਡਾ ਮਚਾ ਰਿਹਾ ਅੰਦਰ। ਇਹ ਜ਼ੋਰ ਦੁਆਰਾ ਚੀਜ਼ਾਂ ਨਹੀਂ ਮਿਲਦੀਆਂ। ਹੁਣ ਜਿਹੜਾ ਇੱਕ ਕੋਈ ਵੀ ਰਾਜਾ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਉਹ ਚਾਹੁੰਦਾ ਮੈਂ ਹਾਰ ਜਾਵਾਂ? ਉਹ ਤਾਂ ਚਾਹੁੰਦਾ ਹੀ ਆ ਮੈਂ ਬੈਠਾ ਰਵਾਂ ਇੱਥੇ। ਜਿਹਦੇ ਕੋਲ ਜ਼ਮੀਨ ਜਾਇਦਾਦ ਆ ਉਹ ਕਹਿੰਦਾ ਹੋਰ ਵੱਧ ਜਾਵੇ। ਜਿਹੜਾ ਕੋਈ ਛੋਟੇ ਤੋਂ ਛੋਟਾ ਵੀ ਆ, ਤ੍ਰੈਗੁਣ ਦੀ ਗੱਲ ਆ, ਕਿਉਂਕਿ ਇੱਥੇ ਰਾਜ ਮਾਲ ਮਨ ਆਇਆ। ਕਹਿੰਦੇ ਰਾਜ ਮਾਲ ਵੀ ਜਿਹੜਾ ਉਹ ਜ਼ੋਰ ਦੁਆਰਾ ਨਹੀਂ ਮਿਲਣਾ, ਜਿੰਨੀ ਮਾਲਕ ਨੇ ਕਿਰਪਾ ਕਰਨੀ ਉਹਨਾਂ ਮਿਲਣਾ। ਜ਼ੋਰ ਨਾਲ ਰਾਜ ਮਾਲ ਮਨ ਸ਼ੋਰ। ਇਹ ਇੱਕ ਮਨ ਸ਼ੋਰ ਮਚਾਉਂਦਾ ਰਹਿੰਦਾ, ਹਾਏ ਹਾਏ ਲੱਗੀ ਰਹਿੰਦੀ ਆ, ਕਿਸੇ ਨੂੰ ਰਾਜਨੀਤੀ ਦੀ, ਕਿਸੇ ਨੂੰ ਪੈਸੇ ਦੀ, ਕਿਸੇ ਨੂੰ ਜ਼ਮੀਨਾਂ ਜਾਇਦਾਦਾਂ ਦੀ। ਕਹਿੰਦੇ ਜ਼ੋਰ ਦੁਆਰਾ ਨਹੀਂ ਮਿਲਣਾ, ਇਹ ਭਗਤੀ ਦੁਆਰਾ ਚੀਜ਼ਾਂ ਮਿਲਣੀਆਂ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਹੁਣ ਜਿਹੜੇ ਬਗਲੇ ਹੁੰਦੇ ਆ, ਮਨਮੁਖ ਹੁੰਦੇ ਆ, ਉਹ ਹੰਸਾਂ ਦੀ ਰੀਸ ਕਰਦੇ ਆ ਗੁਰਮੁਖਾਂ ਦੀ। ਉਹ ਕਮਾਈ ਤਾਂ ਕਰਦੇ ਨਹੀਂ ਗੇ, ਮਨ ਉਹਨਾਂ ਦੇ ਨਿਰਮਲ ਨਹੀਂ ਹੋਏ ਹੁੰਦੇ, ਤੇ ਉਹ ਕਹਿੰਦੇ ਆ ਕਿ ਆਪ ਦੇ ਯਤਨਾਂ ਦੁਆਰਾ ਅਸੀਂ ਜਿਹੜਾ ਆ ਸੁਰਤੀ ਦਾ ਗਿਆਨ ਲੈ ਲਈਏ। ਆਪ ਦੇ ਯਤਨਾਂ ਦੁਆਰਾ ਜਿਹੜੀ ਬ੍ਰਹਮ ਦੀ ਵਿਚਾਰ ਅਸੀਂ ਕਰਨੀ ਸਿੱਖ ਜਾਈਏ, ਕਿ ਆਪ ਦੇ ਜ਼ੋਰ ਦੁਆਰਾ, ਜੁਗਤੀਆਂ ਦੁਆਰਾ ਅਸੀਂ ਮਾਲਕ ਨੂੰ ਲੱਭ ਲਈਏ। ਤੇ ਮਹਾਰਾਜ ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਆਪ ਦੇ ਹਉਮੈ ਕਰਕੇ ਤਾਂ ਹਰ ਕੋਈ ਸੰਤ ਬਣਨਾ ਚਾਹੁੰਦਾ, ਹਰ ਕੋਈ ਸਾਧ ਬਣਨਾ ਚਾਹੁੰਦਾ। ਅਸੀਂ ਇਹੀ ਕਹਿੰਦੇ ਆ ਕਿ ਸਾਨੂੰ ਬ੍ਰਹਮ ਦਾ ਗਿਆਨ ਵੀ ਪੂਰਾ ਹੋਵੇ, ਅਸੀਂ ਬ੍ਰਹਮ ਗਿਆਨੀ ਵੀ ਹੋਈਏ, ਸਾਡੇ ਕੋਲ ਪੈਸਾ ਧੇਲਾ ਵੀ ਬਹੁਤ ਹੋਵੇ। ਹਰ ਇੱਕ ਐਂਗਲ ਤੋਂ ਅਸੀਂ ਪਰਫੈਕਟ ਹੋਣਾ ਚਾਹੁੰਦੇ ਹਾਂ, ਔਰ ਉਹਦੇ ਲਈ ਹੀ ਇੱਕ ਇਨਸਾਨ ਯਤਨ ਕਰਦਾ ਰਹਿੰਦਾ। ਤੇ ਮਹਾਰਾਜ ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਸੁਰਤੀ ਕਾਬੂ ਨਹੀਂ ਆਉਂਦੀ, ਕਿਉਂਕਿ ਸੁਰਤੀ ਸੂਖਮ ਆ, ਨਾ ਹੀ ਗਿਆਨ ਦੀ ਵਿਚਾਰ ਹੋ ਸਕਦੀ। ਗਿਆਨ ਦੀ ਵਿਚਾਰ ਜਿਹੜੀ ਆ ਉਹ ਅਸਲ ਗਿਆਨ ਕਿੱਥੋਂ ਸ਼ੁਰੂ ਹੋਣਾ? ਜਦੋਂ ਸਾਡੇ ਅੰਦਰ ਉਹ ਇੱਕ ਸਹਿਜ ਧੁਨ ਪ੍ਰਗਟ ਹੋ ਜਾਂਦੀ, ਨਾਮ ਪ੍ਰਗਟ ਹੋ ਜਾਂਦਾ, ਅਸੀਂ ਉਹਦੇ ਵਿੱਚ ਧਿਆਨ ਲਾਉਂਦੇ ਆ। ਉਹ ਧਿਆਨ ਲਾਉਣ ਤੇ ਉਹ ਇੱਕ ਮਨ ਦੇ ਵਿੱਚ ਪਾਵਰ ਪੈਂਦੀ ਆ। ਫਿਰ ਸਾਡੇ ਮਨ ਨੂੰ ਤ੍ਰੈਗੁਣ ਦਾ ਤੇ ਚੌਥੇ ਪਦ ਦਾ ਗਿਆਨ ਆਉਂਦਾ। ਤੇ ਜੇ ਉੱਦਾਂ ਕਹੀਏ ਕਿ ਸ਼ਬਦ ਦੀ ਵੀ ਕਮਾਈ ਨਾ ਕੀਤੀ ਜਾਵੇ, ਵਾਹਿਗੁਰੂ ਗੁਰਮੰਤਰ ਵੀ ਨਾ ਕੀਤਾ ਜਾਵੇ, ਗੁਰਬਾਣੀ ਵੀ ਨਾ ਪੜ੍ਹੀ ਜਾਵੇ, ਕਿਸੇ ਪ੍ਰਕਾਰ ਕੋ ਸੰਗਤ ਵੀ ਨਾ ਕੀਤੀ ਜਾਵੇ, ਤੇ ਉੱਦਾਂ ਹੀ ਮੈਂ ਗਿਆਨੀ ਬਣ ਜਾਵਾਂ, ਤੇ ਨਹੀਂ ਬਣ ਸਕਦੇ। ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੇ ਸੰਸਾਰ।
ਕਹਿੰਦੇ ਜ਼ੋਰ ਦੁਆਰਾ ਨਹੀਂ, ਜੇ ਤੁਸੀਂ ਛੱਡਣਾ ਚਾਹੋ ਕਿ ਮੈਂ ਸਰੀਰ ਦੇ ਵਿੱਚੋਂ ਜ਼ੋਰ ਦੁਆਰਾ ਆਪਦੇ ਮਿਹਨਤਾਂ ਨਾਲ ਹੀ ਆਪਦੇ ਮਸ਼ੱਕਤ ਨਾਲ ਨਿਕਲ ਜਾਊਂਗਾ, ਕਹਿੰਦੇ ਜੁਗਤ ਦੁਆਰਾ ਇਹ ਸੰਸਾਰ ਛੁੱਟਣਾ। ਜੁਗਤੀ ਦੁਆਰਾ, ਉਹ ਜੁਗਤੀ ਕਿਹੜੀ ਆ? ਉਹ ਜਿਹੜਾ ਸਭ ਤੋਂ ਪਹਿਲਾਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਨੀਂਦ ਦੇ ਵਿੱਚ ਜਾ ਕੇ ਮਨ ਸਮਾਉਂਦਾ, ਇੱਕ ਉਹ ਜੁਗਤ ਆ। ਫਿਰ ਉਸ ਤੋਂ ਬਾਅਦ ਅਨਹਦ ਬਾਣੀ ਦਾ ਨਾਦ ਸੁਣਦੇ ਆ, ਉਹਦੇ ਦੁਆਰਾ ਆਪਾਂ ਇਹ ਸਰੀਰ ਨੂੰ ਛੱਡਦੇ, ਉਹ ਜੁਗਤ ਆ। ਕਹਿੰਦੇ ਜ਼ੋਰ ਦੁਆਰਾ ਨਹੀਂ। ਜ਼ੋਰ ਦੁਆਰਾ ਇਹ ਕਿ ਆਪ ਦੇ ਯਤਨਾਂ ਦੇ ਨਾਲ, ਜੇ ਕੋਈ ਗੁਰੂ ਦੀ ਮੱਤ ਨਹੀਂ ਲੈਂਦਾ, ਆਪ ਦੇ ਯਤਨਾਂ ਦੇ ਮੁਤਾਬਕ ਉਹ ਮਾਲਕ ਦੀ ਭਗਤੀ ਕਰਨਾ ਚਾਹੁੰਦਾ, ਗਿਆਨ ਕਰਨਾ ਚਾਹੁੰਦਾ, ਇੱਥੋਂ ਦਾ ਪੈਸਾ ਧੇਲਾ ਲੈਣਾ ਚਾਹੁੰਦਾ, ਤੇ ਕਹਿੰਦੇ ਫਿਰ ਆਪ ਦੇ ਯਤਨਾਂ ਦੇ ਨਾਲ ਤੂੰ ਨਹੀਂ ਨਿਕਲ ਸਕਦਾ। ਤੈਨੂੰ ਗੁਰੂ ਦਾ ਸਹਾਰਾ ਲੈਣਾ ਹੀ ਪੈਣਾ, ਤੈਨੂੰ ਗੁਰਮਤ ਲੈਣੀ ਪੈਣੀ ਆ, ਤੈਨੂੰ ਗਿਆਨ ਧਾਰਨ ਕਰਨਾ ਪੈਣਾ। ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੈ ਸੋਈ, ਕਿਉਂਕਿ ਜਿਹਦਾ ਜ਼ੋਰ, ਜਿਹਦਾ ਇੱਥੇ ਸੰਸਾਰ ਦੀ ਇਹ ਖੇਲ ਆ, ਜ਼ੋਰ ਹੀ ਉਹਦੇ ਹੱਥ, ਕਮਾਂਡ ਹੀ ਉਹਦੇ ਹੱਥ ਆ। ਜਿਸ ਹੱਥ ਜ਼ੋਰ ਕਰ ਵੇਖੈ ਸੋਈ, ਨਾਨਕ ਉੱਤਮ ਨੀਚ ਨਾ ਕੋਈ। ਕਹਿੰਦੇ ਨਾ ਕੋਈ ਉੱਤਮ ਆ, ਨਾ ਕੋਈ ਨੀਚ ਆ, ਖੇਲ ਤਾਂ ਸਾਰਾ ਉਸੇ ਦਾ ਹੀ ਚੱਲ ਰਿਹਾ, ਜ਼ੋਰ ਹੀ ਉਹਦਾ ਹੈ। ਹੁਣ ਹਰ ਇੱਕ ਦਾ ਦਿਲ ਕਰਦਾ, ਹੁਣ ਜਿਸ ਤਰ੍ਹਾਂ ਮੈਂ ਆ ਬਚਨ ਕਰ ਰਿਹਾ, ਮੇਰਾ ਤਾਂ ਇਹੀ ਹੈ ਕਿ ਤੁਸੀਂ ਸਾਰੇ ਨਿਕਲ ਜਾਓ, ਪਰ ਮੇਰੇ ਜ਼ੋਰ ਦੁਆਰਾ ਤਾਂ ਨਹੀਂ ਨਿਕਲ ਸਕਦੇ ਤੁਸੀਂ। ਮੈਂ ਤਾਂ ਇੱਥੇ ਬੋਲ ਕੇ ਤੁਹਾਨੂੰ ਸੁਣਾ ਸਕਦਾ, ਮੁੜ ਕੇ ਜਿਹਦੇ ਅੰਦਰ ਜਿੰਨੀ ਖਿੱਚ ਆ ਉਹਨੇ ਉਹਨਾਂ ਬਚਨ ਪਕੜ ਕੇ ਮਾਲਕ ਦੀ ਕਰਨੀ ਆ। ਹੁਣ ਇੱਕ ਜਿਹੜਾ ਕੋਈ ਸੰਤ ਆ, ਜਾਂ ਕੋਈ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਜਾਂ ਉਹ ਕਿਸੇ ਨਾਲ ਵਿਤਕਰਾ ਨਹੀਂ ਕਰ ਰਹੀ, ਕੋਈ ਫਰਕ ਨਹੀਂ ਪਾ ਰਹੀ, ਹਰ ਕੋਈ ਪ੍ਰਚਾਰ ਕਰਦਾ। ਜਿਹੜੇ ਸੰਤ ਆ, ਸਾਧ ਆ, ਜੋ ਵੀ ਉਹ ਦਾਤ ਕਰਦੇ ਆ, ਉਹ ਕਿਸੇ ਇੱਕ ਨੂੰ ਨਹੀਂ ਦਿੰਦੇ, ਉਹ ਸਾਰਿਆਂ ਦੇ ਵਿੱਚ ਸਾਂਝੀ ਵਰਤਾਉਂਦੇ ਆ। ਪਰਥਿਆਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨੇ, ਪ੍ਰੈਕਟੀਕਲ ਕਰਕੇ ਉਹਨਾਂ ਨੇ ਵਰਤਾਉਣੀ ਹੁੰਦੀ ਆ, ਤੇ ਉਹਨਾਂ ਤਾਂ ਇਹੀ ਦੇਲਾ ਵੀ ਸਾਰੇ ਨਿਕਲ ਜਾਣ। ਪਰ ਉਹ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋ, ਪਰ ਜਿਹਦਾ ਜਿੰਨਾ ਮਨ ਕਿੰਨਾ ਕੁ ਨਿਰਮਲ ਆ, ਇਹ ਸਾਰਾ ਖੇਲ ਮਾਲਕ ਨੇ ਦੇਖਣਾ। ਨਾਨਕ ਉੱਤਮ ਨੀਚ ਨਾ ਕੋਈ। ਫਿਰ ਮਹਾਰਾਜ ਕਹਿੰਦੇ ਆ, ਇੱਥੋਂ ਖੰਡਾਂ ਦਾ ਚੱਲ ਪਿਆ ਖੇਲ। ਰਾਤੀ ਰੁੱਤੀ ਥਿੱਤੀ ਵਾਰ, ਇਹ ਜਿਹੜੀ ਰਾਤਾਂ ਬਣੀਆਂ, ਮੌਸਮ ਬਣੇ ਆ, ਥਿੱਤ ਬਣੀਆਂ, ਵਾਰ ਬਣੀਆਂ, ਪੌਣ ਪਾਣੀ ਅਗਨੀ ਪਤਾਲ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਜਦੋਂ ਫਿਰ ਮਾਇਆ ਖੇਲ ਸ਼ੁਰੂ ਕਰਦੀ ਆ, ਜਦੋਂ ਸੱਚ ਨੇ ਮਾਇਆ ਨੂੰ ਹੁਕਮ ਦਿੱਤਾ ਕਿ ਆ ਜਿਹੜਾ ਪੌਣ ਪਾਣੀ ਵਸੰਤਰ ਦੇ ਉਹ ਏਰੀਆ ਦਿੱਤਾ ਸੁਣ ਦੇ ਵਿੱਚ, ਜਿਹਦੇ ਤੋਂ ਮਾਇਆ ਨੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਉਹਨੇ ਪ੍ਰਮਾਣ ਕਰਵਾਏ ਪੌਣ ਪਾਣੀ ਵਸੰਤਰ ਦਾ। ਉਸ ਤੋਂ ਬਾਅਦ ਜਦੋਂ ਫਿਰ ਮਾਇਆ ਉਹ ਪੌਣ ਪਾਣੀ ਵਸੰਤਰ ਦੀ ਮਨਜ਼ੂਰੀ ਲੈ ਕੇ ਮਾਲਕ ਤੋਂ ਉਹ ਖੇਡ ਸ਼ੁਰੂ ਕਰਨ ਲੱਗਦੀ ਆ, ਤੇ ਉਹ ਖੇਲ ਨੂੰ ਜਦੋਂ ਫਿਰ ਉਹ ਸ਼ੁਰੂ ਕਰਦੀ ਆ, ਤੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਧਰਮਖੰਡ ਦੇ ਵਿੱਚ ਉਹ ਖੇਲ ਨੂੰ ਸ਼ੁਰੂ ਕਰਦੀ ਆ। ਧਰਮਖੰਡ 4 ਖੰਡ ਬਣੇ ਆ, ਤੇ 4 ਫਿਰ ਖਾਣੀਆਂ ਬਣੀਆਂ। ਆਮ ਤੌਰ ਤੇ ਕਈ ਜੀਵ ਕਹਿੰਦੇ 5 ਖੰਡ ਆ, 5ਵਾਂ ਖੰਡ ਚਲੋ ਸੱਚਖੰਡ ਆ, ਜਿਹਦੇ ਵਿੱਚ ਅਕਾਲ ਪੁਰਖ ਆਪ ਹੀ ਆ, ਪਰ ਜਦੋਂ ਉਹ ਸਾਜਨਾ ਕਰਦਾ ਉਦੋਂ 4 ਖੰਡਾਂ ਦੇ ਵਿੱਚ ਕਰਦਾ। ਠੀਕ ਹੈ ਜੀ। ਉਹ ਸਭ ਤੋਂ ਪਹਿਲਾਂ ਸੱਚ ਹੀ ਸੱਚ ਸੀਗਾ, ਸੱਚ ਤੋਂ ਕਿ ਫਿਰ ਪੌਣ ਪਾਣੀ ਬਸੰਤਰ ਆਇਆ। ਪੌਣ ਪਾਣੀ ਬਸੰਤਰ ਨੂੰ ਜਦੋਂ ਫਿਰ ਮਾਇਆ ਢਾਲਦੀ ਆ, ਤੇ ਉਹ ਸਭ ਤੋਂ ਪਹਿਲਾਂ ਫਿਰ ਧਰਮਖੰਡ ਸ਼ੁਰੂ ਹੋ ਗਿਆ। ਧਰਮਖੰਡ ਦੇ ਵਿੱਚ ਫਿਰ ਜਦੋਂ ਪੌਣ ਪਾਣੀ ਬਸੰਤਰ ਨੂੰ ਢਾਲ ਕੇ ਖੇਲ ਸ਼ੁਰੂ ਕਰਨ ਲੱਗੇ, ਤਾਂ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਰਿਤੂਆਂ ਥਿੱਤ ਵਾਰ ਬਣੀ। ਪੌਣ ਪਾਣੀ ਅਗਨੀ ਪਤਾਲ, ਤੇ ਪੌਣ ਪਾਣੀ ਅਗਨ ਦਾ ਤੱਤ ਤਾਂ ਸੀਗਾ, ਪਰ ਉਹਨਾਂ ਦਾ ਬੈਲੈਂਸ ਠੀਕ ਕਰਨ ਕਰਕੇ ਪਤਾਲ ਤੱਤ ਇੱਕ ਹੋਰ ਲੈ ਲਿਆ ਗਿਆ। ਜਿਵੇਂ ਹੁਣ ਆਪਾਂ ਧਰਤੀ ਦੇ ਉੱਪਰ ਬੈਠੇ ਆ, ਪੌਣ ਵੀ ਇੱਥੇ ਮਹਿਸੂਸ ਹੋ ਰਹੀ ਆ, ਪਾਣੀ ਵੀ ਹੈਗਾ, ਅਗਨ ਵੀ ਮਹਿਸੂਸ ਹੋ ਰਹੀ ਆ, ਆਕਾਸ਼ ਆ। ਆਕਾਸ਼ ਦਾ ਬੈਲੈਂਸ ਠੀਕ ਕਰਨ ਦੇ ਲਈ ਨੀਚੇ ਪਤਾਲ ਤੱਤ ਦੇ ਦਿੱਤਾ ਗਿਆ। ਹੁਣ ਜਿਵੇਂ ਆਪਾਂ ਧਰਤੀ ਦੇ ਨੀਚੇ ਜਾਵਾਂਗੇ ਤਾਂ ਪਤਾਲ ਆ, ਉੱਪਰ ਆਕਾਸ਼ ਆ। ਇਹ ਪੌਣ ਪਾਣੀ ਅਗਨੀ ਪਤਾਲ, ਔਰ ਇਹ ਪੌਣ ਪਾਣੀ ਅਗਨੀ ਪਤਾਲ ਸੈੱਟ ਕਰਕੇ ਇਹਦੇ ਵਿੱਚ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹਦੇ ਵਿੱਚ ਧਰਤੀ ਨਾਮਕ ਆ ਇੱਕ ਗੋਲਾ ਜਿਹੜਾ ਆ ਪੌਣ ਪਾਣੀ ਬਸੰਤਰ ਦੇ ਅਸਥੂਲ ਤੱਤਾਂ ਤੋਂ ਜਿਹੜਾ ਤਿਆਰ ਹੋਇਆ, ਇਹ ਮਿੱਟੀ ਦਾ ਗੋਲਾ, ਇਹ ਅਗਨ ਦਾ ਗੋਲਾ ਬੰਨ ਕੇ ਕਹਿੰਦੇ ਵਿੱਚ ਉਸ ਮਾਲਕ ਨੇ ਮਾਇਆ ਦੁਆਰਾ ਫਿੱਟ ਕਰ ਦਿੱਤਾ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਹਿੰਦੇ ਤਿਸ ਵਿੱਚ ਜੀ ਜੁਗਤ ਕੇ ਰੰਗ। ਹੁਣ ਇਸ ਧਰਤੀ ਦੇ ਉੱਪਰ ਜੀ ਜੁਗਤ ਕੇ ਅਨੇਕ ਰੰਗ ਦੇ ਜੀ ਪੈਦਾ ਕੀਤੇ ਗਏ। ਜੁਗਤ ਕੇ ਰੰਗ, ਹਰ ਇੱਕ ਦੀ ਹਰ ਇੱਕ ਅਲੱਗ ਹਰਕਤ ਆ, ਅਲੱਗ ਖਾਣਾ। ਤਿਨਕੇ ਨਾਮ ਅਨੇਕ ਅਨੰਤ। ਹੁਣ ਕਿੰਨੇ ਨਾਮ ਆ ਆਪਣੇ ਇੱਥੇ ਸਾਰੇ, ਹਰ ਇੱਕ ਪ੍ਰਜਾਤੀ ਦਾ ਆਪਦਾ ਅਲੱਗ ਨਾਮ। ਕਰਮੀ ਕਰਮੀ ਹੋਏ ਵਿਚਾਰ। ਇਹ ਜਿੰਨੇ ਵੀ ਆ ਕਹਿੰਦੇ ਇੱਥੇ ਖੇਲ ਆ ਜਿਹੜਾ ਚੱਲਦਾ ਪਿਆ 84 ਲੱਖ ਜੂਨ ਦਾ,
ਸਭ ਦਾ ਕਰਮਾਂ ਦੇ ਮੁਤਾਬਕ ਵਿਚਾਰ ਹੋਣੀ ਆ। ਕਰਮ ਕਿਹੜੇ? ਇੱਕ ਤਾਂ ਸੱਚਾ ਕਰਮ ਦਿੱਤਾ ਗਿਆ, ਇੱਕ ਝੂਠਾ ਕਰਮ ਆ। ਸੱਚਾ ਕਰਮ ਹੈਗਾ ਜਿਹੜੀ ਮਾਲਕ ਦੀ ਸਿਫਤ ਕਰਨੀ, ਉਹਦਾ ਜਾਪ ਕਰਨਾ, ਉਹਦੇ ਨਾਮ ਨੂੰ ਧਿਆਉਣਾ, ਸੱਚ ਦੀ ਸੇਵਾ ਕਰਨੀ। ਔਰ ਝੂਠਾ ਕਰਮ ਹੈਗਾ ਤ੍ਰੈਗੁਣ ਦੇ ਵਿੱਚ ਰਜਗੁਣ, ਤਮਗੁਣ, ਸਤੋਗੁਣ ਦੀਆਂ ਇਹ ਜਿਹੜੀਆਂ ਖੇਲਾਂ ਚਲਾਉਣੀਆਂ। ਜਦੋਂ ਮਾਇਆ ਦੇ ਸਨਮੁਖ ਹੋ ਕੇ ਅਸੀਂ ਵਿਚਾਰਾਂ ਨੂੰ ਲੈਂਦੇ ਹਾਂ, ਮਾਇਆ ਦੇ ਸਨਮੁਖ ਹੋ ਕੇ ਚੱਲਦੇ ਹਾਂ, ਤੇ ਫਿਰ ਕੀ ਹੁੰਦਾ? ਉਹ ਉਸ ਕਰਮ ਨੂੰ ਕਹਿ ਦਿੱਤਾ ਝੂਠਾ ਕਰਮ। ਉਹਦੇ ਵਿੱਚ ਸਾਨੂੰ ਮਾਲਕ ਦੂਰ ਲੱਗਣ ਲੱਗ ਜਾਂਦਾ ਜਦੋਂ ਅਸੀਂ ਤ੍ਰੈਗੁਣ ਦੇ ਸਨਮੁਖ ਹੋ ਜਾਂਦੇ ਹਾਂ। ਉਹੀ ਜਦੋਂ ਆਪਾਂ ਗੁਰਮੰਤਰ ਦਾ ਸਹਾਰਾ ਲੈ ਲਿਆ, ਸੰਗਤ ਦੇ ਵਿੱਚ ਹੁਣ ਆਪਾਂ ਬੈਠੇ ਹਾਂ, ਆ ਵੀ ਤਾਂ ਕਰਮ ਹੀ ਕਰ ਰਹੇ ਹਾਂ ਆਪਾਂ, ਇੱਥੇ ਮਾਲਕ ਬਿਲਕੁਲ ਨਜ਼ਦੀਕ ਲੱਗਣ ਲੱਗ ਜਾਂਦਾ। ਸੋ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ। ਹੁਣ ਕਿਹੜਾ ਜੀਵ ਕੀ ਕਰਮ ਕਮਾ ਰਿਹਾ, ਉਹਦਾ ਵਿਚਾਰ ਹੋਣਾ ਦਰਬਾਰ ਦੇ ਵਿੱਚ। ਸੱਚਾ ਆਪ, ਸੱਚਾ ਦਰਬਾਰ, ਉਹ ਉਸ ਦਰਬਾਰ ਦੇ ਵਿੱਚ ਸੱਚਾ ਆਪ ਮੌਜੂਦ ਹੁੰਦਾ ਜਿੱਥੇ ਫਿਰ ਕਰਮਾਂ ਦਾ ਵਿਚਾਰ ਹੁੰਦੀ ਆ। ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਆਪੋ ਆਪਦੇ ਆ। ਕਿਸੇ ਦੇ ਕਰਮ ਐਸੇ ਕੋਈ ਜੀਵ ਕਰਮ ਕਰਦਾ, ਹੁਣ ਜਿਵੇਂ ਆਪਾਂ ਕਰਮ ਕਰ ਰਹੇ ਹਾਂ ਮਾਲਕ ਦਾ, ਕਿ ਮਾਲਕ ਬਿਲਕੁਲ ਨੇੜੇ ਲੱਗਦਾ। ਹੁਣ ਉਹੀ ਮਨਮੁਖ ਆ, ਉਹ ਵੀ ਕਰਮ ਕਰਦਾ, ਪਰ ਉਹ ਮਾਇਆ ਦਾ ਕਰਦਾ, ਕਾਲ ਦਾ ਕਰਦਾ, ਉਹਨੂੰ ਮਾਲਕ ਦੂਰ ਲੱਗਦਾ। ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤੇ ਉਸ ਫਿਰ ਕਹਿੰਦੇ ਮਾਲਕ ਦੇ ਦਰ ਤੇ ਕੌਣ ਸੋਹੰਦੇ ਆ? ਕਹਿੰਦੇ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ। ਕਹਿੰਦੇ ਉੱਥੇ ਫਿਰ ਉਹ ਦਰਗਾਹ ਦੇ ਵਿੱਚ ਉਹ ਸੋਹੰਦੇ ਆ ਜਿਹੜੇ ਪੰਜ ਸ਼ਬਦਾਂ ਦੇ ਵਿੱਚ ਸਮਾ ਗਏ। ਤਿੱਥੈ ਸੋਹਣ ਪੰਚ ਪ੍ਰਵਾਨ, ਪੰਜ ਇੱਥੇ ਪੰਜਾਂ ਸ਼ਬਦਾਂ ਨੂੰ ਕਿਹਾ। ਜਿਹੜੀ ਆਪਾਂ ਪਹਿਲਾਂ ਕਿਹਾ ਸੀ ਨਾ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਉਹੀ ਅਵਸਥਾ ਇੱਥੇ ਆ ਗਈ ਕਿ ਜਦੋਂ ਪੰਜਾਂ ਸ਼ਬਦਾਂ ਦੇ ਵਿੱਚ ਜਿਹੜਾ ਮਨ ਸਮਾਉਂਦਾ, ਉਹ ਫਿਰ ਉਸ ਮਾਲਕ ਦੇ ਦਰ ਦੇ ਉੱਤੇ ਸ਼ੋਭਾ ਪਾਉਂਦਾ। ਨਦਰੀ ਕਰਮ ਪਵੈ ਨਿਸ਼ਾਨ। ਫਿਰ ਜਦੋਂ ਪੰਜਾਂ ਸ਼ਬਦਾਂ ਦੇ ਉੱਪਰ ਉਹ ਪੰਜ ਸ਼ਬਦ ਸਾਡੇ ਉੱਪਰ ਚੱਲ ਪੈਂਦੇ ਆ, ਜਿਹੜੇ ਪਹਿਲੜੇ ਪੰਜ ਸ਼ਬਦ ਚਲਾਏ ਜਾਂਦੇ ਆ, ਉਹ ਸਾਡੇ ਉੱਪਰ ਪ੍ਰਤੀਤ ਕਰਨ ਦੇ ਲਈ ਮਾਲਕ ਥੋੜਾ ਜਿਹਾ ਸਾਡੇ ਤੇ ਭਰੋਸਾ ਕਰਨ ਦੇ ਲਈ ਉਹ ਸਾਨੂੰ ਇੱਕ ਪੂੰਜੀ ਦੇ ਕੇ ਦੇਖਦਾ ਪੰਜਾਂ ਸ਼ਬਦਾਂ ਦੀ। ਜਿਹੜੇ ਪੰਜ ਸ਼ਬਦ ਪਹਿਲਾਂ ਚੱਲਦੇ ਆ, ਉਹ ਜੇਕਰ ਉਹ ਪੰਜ ਸ਼ਬਦ ਚੱਲਣ ਤੇ ਕੋਈ ਗੁਰਮੁਖ ਉੱਥੇ ਫਿਰ ਸਿਮਰਨ ਕਰਨਾ, ਉੱਥੇ ਕਾਲ ਪਰਚੇ ਪਾਉਂਦਾ, ਆਪਾਂ ਲਗਾਤਾਰ ਸਿਮਰਨ ਕਰੀ ਜਾਂਦੇ ਆ, ਉਹਨਾਂ ਪੰਜਾਂ ਸ਼ਬਦਾਂ ਨੂੰ ਸੁਣੀ ਜਾਂਦੇ ਆ, ਤੇ ਫਿਰ ਮਾਲਕ ਜਦੋਂ ਸਾਡੀ ਪ੍ਰਤੀਤ ਤੋਂ ਖੁਸ਼ ਹੋ ਜਾਂਦਾ, ਫਿਰ ਉਹ ਪੰਜਾਂ ਸ਼ਬਦਾਂ ਤੋਂ ਅੱਗੇ ਨਿਸ਼ਾਨ ਉਹ ਨਾਮ ਪ੍ਰਗਟ ਕਰ ਦਿੰਦਾ। ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ। ਜਦੋਂ ਫਿਰ ਤੁਸੀਂ ਉਹਦੀ ਨਜ਼ਰ ਦੇ ਵਿੱਚ ਆ ਕੇ ਕਰਮ ਕਰਦੇ ਹੋ, ਉਹਦੇ ਹੁਕਮ ਦੇ ਵਿੱਚ ਰਹਿ ਕੇ ਉਹਦਾ ਨਾਮ ਜਪਦੇ ਹੋ, ਜੇ ਇਧਰ ਤ੍ਰੈਗੁਣ ਦਾ ਵੀ ਕੋਈ ਕਰਮ ਕਰਨਾ, ਉਹ ਨਾਮ ਦੇ ਦਾਇਰੇ ਵਿੱਚ ਰਹਿ ਕੇ ਕਰਦੇ ਹੋ, ਤੇ ਫਿਰ ਕਹਿੰਦੇ ਨਦਰੀ ਕਰਮ ਪਵੈ ਨਿਸ਼ਾਨ। ਹਾਂਜੀ ਹਾਂ ਸੁਣੋ, ਇਹ ਬਾਅਦ ਚ ਕਰਦੇ ਆਪਾਂ ਵਿਚਾਰ, ਇੱਕ ਵਾਰੀ ਲਗਾਤਾਰ ਚੱਲੋ। ਨਦਰੀ ਕਰਮ ਪਵੈ ਨਿਸ਼ਾਨ। ਪੰਜ ਸ਼ਬਦ ਜਿਹੜੇ ਨਾ ਪੁੱਛਿਆ, ਪੰਜ ਸ਼ਬਦ ਜਿਹੜੇ ਸਾਡੇ ਕੋਈ ਉਹ ਭਾਸ਼ਾ ਦੇ ਵਿੱਚ ਨਹੀਂ ਹੁੰਦੇ, ਕਿਸੇ ਆਵਾਜ਼ ਦੇ ਵਿੱਚ ਨਹੀਂ ਹੁੰਦੇ, ਉਹ ਆਵਾਜ਼ਾਂ ਹੁੰਦੀਆਂ, ਜਿਵੇਂ ਇੱਕ ਬੀਂਡੇ ਦੀ ਆਵਾਜ਼, ਝਾਂਜਰ ਦੀ ਆਵਾਜ਼, ਛਾਂਛਾਂ ਦੀ ਆਵਾਜ਼, ਘੁੰਗਰੂਆਂ ਦੀ ਆਵਾਜ਼, ਇਸ ਤਰੀਕੇ ਦੀਆਂ ਆਵਾਜ਼ਾਂ ਹੁੰਦੀਆਂ ਜਿਹੜੀਆਂ ਸਿਰਫ ਸੁਣੀਆਂ ਜਾ ਸਕਦੀਆਂ, ਨਾ ਤਾਂ ਉਹ ਲਿਖਣ ਦੇ ਵਿੱਚ ਆਵਾਜ਼ ਆਵੇ ਤੇ ਨਾ ਉਹ ਪੜ੍ਹਨ ਦੇ ਵਿੱਚ ਆਵੇ। ਉਹ ਪੰਜ ਸ਼ਬਦ ਜਦੋਂ ਸਾਡੇ ਅੰਦਰ ਗੁਰਮੰਤਰ ਦੁਆਰਾ ਪ੍ਰਗਟ ਹੁੰਦੇ ਆ, ਤੇ ਫਿਰ ਉਸ ਪੰਜਾਂ ਸ਼ਬਦਾਂ ਤੋਂ ਉਹ ਆਵਾਜ਼ ਸੁਣਨ ਤੇ ਜਿਹੜੇ ਲਗਾਤਾਰ ਗੁਰੂ ਦੇ ਮੰਤਰ ਦਾ ਅਭਿਆਸ ਕਰਦੇ ਆ, ਉਸ ਤੋਂ ਬਾਅਦ ਫਿਰ ਜਿਹੜੇ ਨਦਰ ਦੇ ਵਿੱਚ ਆ ਗਏ, ਮਾਲਕ ਦੇ ਉੱਤੇ ਭਰੋਸਾ ਬਣਾ ਜਾਂਦੇ ਆ ਕਿ ਅਸੀਂ ਹੁਣ ਤੇਰੀ ਆ, ਨਦਰੀ ਕਰਮ ਪਵੈ ਨਿਸ਼ਾਨ। ਫਿਰ ਉਹ ਨਿਸ਼ਾਨ ਕਹਿ ਦਿੱਤਾ ਉਸ ਅਨਹਦ ਸ਼ਬਦ ਨੂੰ। ਕਹਿੰਦੇ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੇ ਜਾਏ। ਫਿਰ ਜਿਹੜਾ ਇਹ ਜਿੰਨਾ ਵੀ ਮਾਇਆ ਨੇ ਕੱਚਾ ਤੇ ਪੱਕਾ ਜਿਹੜੇ ਤੱਤ ਸੀਗੇ ਇਸ ਧਰਮਖੰਡ ਦੇ ਵਿੱਚ ਪਕਾ ਕੇ, ਜਿਵੇਂ ਕੱਚੇ ਪੱਕੇ ਤੱਤ ਕਿਹੜੇ ਹੋ ਗਏ ਕਿ 84 ਲੱਖ ਜੂਨ ਨੂੰ ਜਿਹੜਾ ਆਕਾਰ ਦਿੱਤਾ ਗਿਆ, ਕੁਛ ਕੱਚੇ ਤੱਤਾਂ ਨੂੰ ਉਹਨੂੰ ਪੱਕੇ ਦੇ ਵਿੱਚ ਲਿਆਇਆ ਗਿਆ, ਆਕਾਰ ਦੇ ਵਿੱਚ ਕੀਤਾ ਗਿਆ, ਤੇ ਕਹਿੰਦੇ ਨਾਨਕ ਗਿਆ ਜਾਪੇ ਜਾਏ। ਉਸ ਤੋਂ ਬਾਅਦ ਫਿਰ ਇਹ ਅਗਲੇ ਖੰਡ ਦੇ ਵੱਲ ਚੱਲਦੀ ਹੈ, ਤੇ ਕਹਿੰਦੇ ਧਰਮਖੰਡ ਕਾ ਇਹੋ ਧਰਮ। ਧਰਮਖੰਡ ਦੇ ਵਿੱਚ ਇਹਨੇ ਇਹ ਚੀਜ਼ਾਂ ਤਿਆਰ ਕੀਤੀਆਂ ਆ। ਫਿਰ ਅੱਗੇ ਚੱਲਦੇ ਆ, ਕਹਿੰਦੇ ਗਿਆਨ ਖੰਡ ਕਾ ਆਖੋ ਕਰਮ। ਫਿਰ ਗਿਆਨ ਖੰਡ ਦੇ ਵਿੱਚ ਇਹ ਮਾਇਆ ਕਿਹੜਾ ਕਰਮ ਕਰਦੀ ਆ? ਕਹਿੰਦੇ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼। ਇਹ ਕਿੰਨੀਆਂ ਹੀ ਪੌਣ ਪਾਣੀ ਵਸੰਤਰ ਦੀਆਂ ਸਾਜਨਾ ਕਰਦੀ ਆ, ਕਿਉਂਕਿ ਜਿੰਨੀਆਂ ਧਰਤੀਆਂ ਹਰ ਇੱਕ ਤੇ ਪੌਣ ਪਾਣੀ ਵਸੰਤਰ ਦਾ ਇੰਤਜ਼ਾਮ ਕੀਤਾ। ਕੇਤੇ ਕਾਨ ਮਹੇਸ਼, ਪਤਾ ਨਹੀਂ ਕਿ ਕਿੰਨੇ ਕੁ ਕਹਿੰਦੇ ਇੱਥੇ ਕ੍ਰਿਸ਼ਨ ਦਾ ਅਵਤਾਰ ਹੋਇਆ, ਸ਼ਿਵ ਜੀ ਦਾ ਹੋਇਆ,
ਕਹਿੰਦੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਕਾਹਨ ਆ, ਕਿੰਨੇ ਕੁ ਕ੍ਰਿਸ਼ਨ ਆ, ਕਿੰਨੇ ਕੁ ਮਹੇਸ਼ ਸ਼ਿਵ ਜੀ ਆ। केते ब्रह्मे घाट घड़िया रूप रंग के वेश, पता नहीं किन्ने क ब्रह्मे आ जिहड़े वो लगातार जिहड़े हर एक धरती दे उत्ते जन्म दित्ती जा रहे। जिवें इत्थे कहंदे ना ब्रह्मा जन्म दिंदा, विष्णु पालदा आ ते शिव जी जिहड़ा आ ओहदी प्राण हरण करदा। ब्रह्मा की आ पौण और विष्णु की आ पानी तत्त और शिव जी कह दिता अगन तत्त नूं। कहंदे पता नहीं किन्ने क ब्रह्मे घाट घड़ रहे आ। रूप रंग के वेश, अलग अलग रूप रंग, जिन्ने आकार उन्नियां ही शक्लां, हर एक दी शक्ल दूजे नाल नहीं मिलती। केतियां कर्म भूमि मेर केते केते धूप देश, पता नहीं किन्नियां कहंदे कर्म भूमियां आ। कर्म भूमियां धरतियां जिथे सच दा प्रचार चल रहा। केते मेर हो गया पर्वत, केते धूप देश, पता नहीं किन्ने के जिहड़े आ वो सच दा उपदेश देण वाले भगत हो गए आ। ये जो ज्ञान खंड दे विच जाके बैठदा मन, उत्थे ही ज्ञान हुंदा कि पहलों तो साडी होमे हुंदी आ कि असीं पता नहीं किन्ने क वड्डे आ। जदों फिर ज्ञान खंड दे विच पहुंचे जिथे फिर माया ने साजना कीती है, कहंदे केते इंद चंद, किन्ने क इंद्र आ, चंद्रमा सूरज, केते केते मंडल देश, केते इंद चंद सूर केते केते मंडल देश, पता नहीं किन्ने क मंडल आ, किन्ने क देश आ। केते सिद्ध बुद्ध नाथ केते केते देवी वेश, किन्ने क सिद्ध आ, बुद्ध आ, देवियां नाथ के कहंदे इत्थे ही ना देख के प्रभावित हो जाओ, पता नहीं किन्ने क अलग अलग सृष्टियां दे विच हैगा। केते देव दानम मुन केते केते रतन समुंद, केतिया खाणी केतिया बाणी केते पात नरेंद, पता नहीं किन्ने क कहंदे देव आ, दानव आ, मुनि आ, किन्नियां क खाणियां आ, चार खाणियां जिवें इत्थे आ, पता नहीं कित्थे किन्नियां किन्नियां खाणियां आ। केतिया खाणी केतिया बाणी, बाणियां कहंदे जिहड़ी अलग अलग भाषा, अलग अलग अनहद शब्द। केते पात नरिंद, केतिया सुरती सेवक केते नानक अंतरंद, किन्नियां क सुरतियां जिहड़ियां वो मालक दा जस कर रहीआं, किन्ने क उहदे सेवक आ जिहड़ी उहदी महिमा कर रहे आ। नानक अंतरंद, कहंदे किसी प्रकार दा कोई भी अंत नहीं हैगा। ये ज्ञान खंड दे विच है, ज्ञान खंड में ज्ञान प्रचंड, इत्थे ज्ञान आके भगतां दा जिहड़ा है वो प्रचंड हो जांदा और पता लगदा कि पता नहीं किन्नियां क धरतियां आ, किन्नियां क जिहड़े ये खेल चलदे आ, किन्नियां क सुरतियां आ, किन्ने केंद्र चंद्रमा हैगे आ, किन्ने क सूरज आ, ये उत्थे खेल पता लगदा। फिर कहंदे आ तिथै नाद विनोद कोड आनंद, शर्मखंड की बाणी रूप, ये फिर अगे शर्मखंड चल पिया। कहंदे इहदे विच फिर नाद अनहद धुनां तैयार कीतीआं गईआं जो गुरमुख सुणदे आ। नाद तो अगे जिहड़ी अनहद बाणी जो खड़ चक्रां दी बाणी आ ये तैयार कीती गई। शर्मखंड की बाणी रूप तिथे घाड़त घड़ीए बहुत अनूप, इत्थे जो फिर सूखम देश दे विच खंड ब्रह्मंडां दे विच बाणी चलदी आ, अनहद धुनां चलदियां, संख चलदे, जिहड़े इन्हां ने पुछिआ 5 शब्द किहड़े हुंदे आ, ये शर्मखंड दे विच जाके 5 शब्दां नूं अनहद बाणी नूं और दूसरे खेल जिन्ना भी हैगा ये उत्थे तैयार कीता गया। ताकियां तिथे घाड़त घड़ीए बहुत अनूप, आश्चर्य जिहड़ी घाड़त आ वो इत्थे आके रिद्ध सिद्ध जिहड़ी प्रगट कीती गई, इत्थे आके निधियां प्रगट कीतियां गईयां, जो शक्तियां सीगियां सारियां इत्थे प्रगट होईयां। ताकियां गल्लां कथिया ना जाए जे को कहे पिछे पछताए, कहंदे मालक दीयां गल्लां दा कथन नहीं हो सकदा, दावा नहीं किया जा सकता। जिहड़ी आपां गल शामी कीती आ ना, कहंदे दावा नहीं कोई कर सकदा कि भी मैं इन्ना बड़ा या मालक इन्ना वड्डा आ। कहंदे सुन वड्डा आखे सब कोई केवड़ वड्डा डीठा होए, कहंदे सुन सुन के तो हर कोई कही जाता कि मालक बहुत बड़ा, पर कहंदे किन्ना क वड्डा ये दावा नहीं किया जा सकता। कहंदे तां कीआं गल्लां कथियां ना जाए जे को कहे पिछे पछताए, ते जे कोई कहंदा भी मैनूं पता कि मालक किन्ना क वड्डा, कहंदे पछताएगा फिर, क्योंकि हौमे च आ गया ना। सिर्फ उहदी चाकरी की जा सकती है, उस्ताद नहीं बनया जा सकता, या कहंदे शाह नहीं बनया जा सकता, चाकर बनया जा सकता मालक ने। सो कहंदे फिर तिथै घड़िया सुरत मत मन बुद्ध, इत्थे फिर जिहड़ी आ वो मन दे जिहड़े रूप कीते आ ना तैयार, जिहड़ी आ सुरती आ। सुरत कहंदे आ जदों आपां शब्द दा अभ्यास गुरमंत्र दा अभ्यास सुणदे आ ਜਾਂ फिर अनहद बाणी नूं सुणदे आ, ਜਾਂ तुसीं मेरी आवाज़ नूं हुण सुण रहे हो, ये सुरती द्वारा सुन रहे हो। सुरत हुण इस टाइम मन सुरतियां रूप दे विच हाज़र है,
ਜਦੋਂ ਇੱਕ ਗੁਰਮੁਖ ਦੀ ਇੱਕ ਦੀ ਕਿਸੇ ਦੀ ਆਵਾਜ਼ ਸੁਣਦੇ ਹੋ, ਜਾਂ ਆਪ ਦੀ ਆਵਾਜ਼ ਨੂੰ ਆਪ ਸੁਣਦੇ ਹੋ, ਜਾਂ ਅੰਦਰ ਤੁਹਾਡੇ ਜਿਹੜੇ ਅਨਹਦ ਸ਼ਬਦ ਚੱਲਦੇ ਆ ਉਹਨਾਂ ਦੀ ਆਵਾਜ਼ ਨੂੰ ਸੁਣਦੇ ਹੋ, ਉਹਨੂੰ ਕਹਿੰਦੇ ਆ ਸੁਰਤ। ਔਰ ਮਤ ਕਹਿ ਦਿੱਤਾ, ਆ ਜਿਹੜੀ ਹੁਣ ਆਪਾਂ ਤੁਸੀਂ ਗਿਆਨ ਦੀ ਵਿਚਾਰ ਆਪਾਂ ਕਰ ਰਹੇ ਆ, ਤੁਸੀਂ ਇਹਨੂੰ ਸੁਣ ਸੁਣ ਕੇ ਮਨ ਦੇ ਵਿੱਚ ਵਸਾ ਰਹੇ ਹੋ, ਇਹਨੂੰ ਕਹਿ ਦਿੱਤਾ ਮਤ। ਜਦੋਂ ਇਸ ਤਰੀਕੇ ਮਨ ਗਿਆਨ ਦੀ ਵਿਚਾਰ ਨੂੰ ਸੁਣ ਕੇ ਮਨ ਦੇ ਵਿੱਚ ਵਸਾਉਂਦਾ, ਉਹਨੂੰ ਕਹਿ ਦਿੱਤਾ ਮਤ। ਤਿੱਥੇ ਘੜੀ ਹੈ ਸੁਰਤ, ਮਤ, ਮਨ। ਮਨ ਹੋ ਗਿਆ ਜਿਹੜਾ ਇਸ ਬੈਠ ਕੇ ਸੁਰਤੀ ਦੁਆਰਾ ਮੇਰੀ ਆਵਾਜ਼ ਨੂੰ ਸੁਣ ਰਿਹਾ ਤੇ ਮਤ ਨੂੰ ਲੈ ਰਿਹਾ, ਇਹ ਮਨ ਕਰ ਰਿਹਾ ਕਰਮ। ਫਿਰ ਬੁੱਧ, ਜਦੋਂ ਫਿਰ ਸੁਰਤੀ ਦੁਆਰਾ ਸ਼ਬਦ ਨੂੰ ਸੁਣਾਂਗੇ, ਸੰਗਤ ਵਿੱਚੋਂ ਮਤ ਲਵਾਂਗੇ, ਮਨ ਰੂਪ ਦੇ ਵਿੱਚ ਹੋ ਕੇ ਇਹ ਆਪਾਂ ਮਿਹਨਤ ਕਰਾਂਗੇ, ਫਿਰ ਬੁੱਧ ਕਹਿ ਦਿੱਤਾ ਪ੍ਰਕਾਸ਼ ਨੂੰ। ਉਹ ਫਿਰ ਪ੍ਰਕਾਸ਼ ਰੂਪ ਆਪਾਂ ਹੋ ਜਾਣਾ। ਤੇ ਕਹਿੰਦੇ ਇਹ ਜਿਹੜੇ ਮਨ ਦੇ ਰੂਪ ਬਣਾਏ ਆ, ਸੁਰਤ, ਮਤ, ਮਨ, ਬੁੱਧ, ਇਹ ਸਾਰੇ ਸ਼ਰਮਖੰਡ ਦੇ ਵਿੱਚ ਤਿਆਰ ਕੀਤੇ ਗਏ ਆ। ਤਿੱਥੇ ਘੜੀ ਹੈ ਸੁਰਾਂ ਸਿੱਧਾ ਕੀ ਸੁਧ। ਕਹਿੰਦੇ ਇੱਥੇ ਆ ਕੇ ਫਿਰ ਜਿਹੜੀ ਆਪਣੀ ਇਹ ਸੁਨ ਮੰਡਲ ਦੇ ਵਿੱਚ ਬੈਠ ਕੇ ਆਪਣੀ ਜਿਹੜੀ ਆ ਉਹ ਸੁਰਤ ਟਿਕਦੀ ਆ। ਜਦੋਂ ਆਪਾਂ ਸਹਿਜ ਦੇ ਵਿੱਚ ਜਾ ਕੇ ਆਸਣ ਲਗਾਉਂਦੇ ਆ, ਇਹ ਕਹਿੰਦੇ ਸਾਰੀ ਜਿਹੜੀ ਸਿੱਧੀਆਂ ਆਪਾਂ ਕਰਦੇ ਆ, ਬੈਠ ਕੇ ਸ਼ਬਦ ਦੀ ਸਿੱਧੀ ਕਰਦੇ ਆ, ਸਿਮਰਨ ਕਰਦੇ ਆ। ਸਿੱਧ ਕੌਣ ਹੁੰਦਾ? ਉਹ ਕਹਿੰਦੇ ਅਚਰ ਚਰੇ ਤਾਂ ਸਿੱਧ ਹੋਏ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕੱਟਿਆ ਜਾਈ। ਜਿੰਨੇ ਅੰਮ੍ਰਿਤ ਰਸ ਲੈ ਲਿਆ, ਨਾਮ ਦੇ ਵਿੱਚ ਸਮਾ ਗਿਆ, ਉਹ ਸਿੱਧ ਹੋ ਗਿਆ। ਤੇ ਕਹਿੰਦੇ ਇੱਥੇ ਆ ਕੇ ਫਿਰ ਜਿਹੜੀ ਇਹ ਸਿੱਧੀ ਕਰਨੀ, ਸ਼ਬਦ ਦਾ ਅਭਿਆਸ ਕਰਨਾ, ਜਿਹੜੀ ਇਹ ਨੌਲੇਜ ਬਣੀ ਆ, ਇਹ ਇੱਥੇ ਬਣੀ ਆ। ਫਿਰ ਅੱਗੇ ਆ ਗਿਆ ਕਰਮਖੰਡ। ਕਹਿੰਦੇ ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਕਰਮਖੰਡ ਦੇ ਵਿੱਚ ਆ ਕੇ ਫਿਰ ਇਹ ਨਾਦ ਸਮਾਉਂਦਾ ਪਿਆ। ਜਿੱਥੇ ਫਿਰ ਜਾ ਕੇ ਨਾਦ ਸਮਾਉਂਦਾ, ਕਹਿੰਦੇ ਉੱਥੇ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ। ਜਿੱਥੇ ਫਿਰ ਜਾ ਕੇ ਆਪਾਂ ਕਹਿ ਦਈਏ ਕਿ ਸੁਨ ਮੰਡਲ ਆ ਗਿਆ। ਇਹ ਜੇਕਰ ਆਪਾਂ ਕਮਾਈ ਕਰਦੇ ਆ, ਬਹੁਤ ਸਾਰੇ ਗੁਰਮੁਖ ਆ ਜਿਹੜੇ ਆ ਉਹ ਖੰਡਾਂ ਦੇ ਮੁਤਾਬਕ ਦੱਸਦੇ ਆ ਕਿ ਹੁਣ ਤੂੰ ਧਰਮਖੰਡ ਦੇ ਵਿੱਚ ਪਹੁੰਚ ਗਿਆ, ਹੁਣ ਤੂੰ ਗਿਆਨ ਖੰਡ ਦੇ ਵਿੱਚ ਪਹੁੰਚ ਗਿਆ, ਹੁਣ ਤੂੰ ਕਰਮਖੰਡ ਦੇ ਵਿੱਚ ਪਹੁੰਚ ਗਿਆ, ਹੁਣ ਤੂੰ ਸਰਮਖੰਡ ਦੇ ਵਿੱਚ ਪਹੁੰਚ ਗਿਆ। ਬਹੁਤ ਜਗ੍ਹਾ ਇਸ ਤਰੀਕੇ ਪ੍ਰਚਾਰ ਚੱਲਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਦਿੰਦੇ ਹਾਂ ਹੁਣ ਤੂੰ ਪਹਿਲੀ ਸੁੰਨ 'ਚ ਆ, ਕਹਿ ਦਿੰਦੇ ਆ ਦੂਜੀ ਸੁੰਨ 'ਚ ਪਹੁੰਚ ਗਿਆ, ਤੀਜੀ ਸੁੰਨ 'ਚ ਪਹੁੰਚ ਗਿਆ, ਚੌਥੀ 'ਚ ਪਹੁੰਚ ਗਿਆ। ਜਾਂ ਇਸ ਤਰ੍ਹਾਂ ਕਹਿ ਲਓ ਕਿ ਤ੍ਰੈਗੁਣ ਆ, ਹੁਣ ਤੂੰ ਦੇਵਲੋਕ ਤੱਕ ਆ ਗਿਆ, ਹੁਣ ਤੂੰ ਸੁੰਨ 'ਚ ਆ ਗਿਆ, ਜਾਂ ਹੁਣ ਤੂੰ ਅੱਗੇ ਸੁੰਨ ਮਹਿਲ ਦੇ ਵਿੱਚ ਪਹੁੰਚ ਗਿਆ। ਇਸ ਤਰੀਕੇ ਜੇ ਆਪਾਂ ਖੰਡਾਂ ਮੁਤਾਬਕ ਵੀ ਸਾਰੀ ਖੇਲ ਨੂੰ ਸਮਝਣਾ ਚਾਹੀਏ ਕਿ ਕਿਹੜੇ ਖੰਡ ਦੇ ਵਿੱਚ ਤੁਹਾਡੀ ਅਵਸਥਾ ਆ, ਉਹ ਵੀ ਆਪਾਂ ਸਮਝ ਸਕਦੇ ਹਾਂ। ਧਰਮਖੰਡ ਦੀ ਅਲੱਗ ਅਵਸਥਾ, ਗਿਆਨ ਖੰਡ ਦੀ ਅਲੱਗ ਅਵਸਥਾ, ਸਰਮਖੰਡ ਦੀ ਅਲੱਗ, ਤੇ ਹੁਣੇ ਕਰਮਖੰਡ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਅਵਸਥਾ ਆ, ਇੰਪੋਰਟੈਂਟ ਅਵਸਥਾ ਆ ਸਭ ਤੋਂ ਜ਼ਿਆਦਾ, ਜਿੱਥੇ ਫਿਰ ਨਾਦ ਆ ਕੇ ਸਮਾ ਗਿਆ। ਕਹਿੰਦੇ ਤਿੱਥੇ ਜੋਧ ਮਹਾਬਲ ਸੂਰ, ਉੱਥੇ ਯੋਧੇ ਬੈਠੇ ਆ। ਉਹ ਯੋਧੇ ਕੌਣ ਆ? ਗੁਰਮੁਖ, ਜਿਹੜੇ ਸੂਖਮ ਰੂਪ ਦੇ ਵਿੱਚ ਜਾ ਕੇ ਉਸ ਸੁਨ ਮੰਡਲ ਦੇ ਵਿੱਚ ਜਾ ਕੇ ਸਮਾ ਗਏ। ਔਰ ਉੱਥੇ ਫਿਰ ਉਹ ਕੀ ਕਹਿੰਦੇ ਆ? ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਜਿਹੜੇ ਸੱਚ ਦੇ ਵਿੱਚ ਸਮਾ ਗਏ, ਸੱਚ ਉਹਨਾਂ ਵਿੱਚ, ਉਹ ਸੱਚ ਵਿੱਚ, ਉਹ ਜਾ ਕੇ ਫਿਰ ਕਰਮਖੰਡ ਦੇ ਵਿੱਚ ਬੈਠਦੇ ਆ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉੱਥੇ ਜਿੰਨੀਆਂ ਵੀ ਸੁਰਤੀਆਂ ਬੈਠੀਆਂ, ਇੱਥੇ ਸੀਤੋ ਸੀਤਾ ਕਿਸੇ ਆਕਾਰ ਨੂੰ ਨਹੀਂ ਕਿਹਾ, ਇੱਥੇ ਜਿਹੜੀ ਸੁਰਤੀ ਨੂੰ ਕਿਹਾ ਗਿਆ। ਉੱਥੇ ਮਹਿਮਾ ਹੀ ਕਰੀ ਜਾ ਰਹੇ ਆ ਜਿਹੜੇ ਸੁਨ ਮੰਡਲ ਦੇ ਵਿੱਚ ਬੈਠ ਕੇ ਸੱਚ ਦੀਆਂ ਵਿਚਾਰਾਂ ਕਰਦੇ ਆ ਨਾ ਗੁਰਮੁਖ। ਤਾਂ ਕਿ ਰੂਪ ਨਾ ਕਥਨੇ ਜਾਏ, ਨਾਉ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਕਹਿੰਦੇ ਨਾ ਤਾਂ ਉਹ ਜਨਮ ਮਰਨ ਵਿੱਚ ਆਉਣਗੇ, ਤੇ ਨਾ ਮਾਇਆ ਉਹਨਾਂ ਨੂੰ ਠੱਗ ਸਕਦੀ ਆ, ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਵਸ ਗਿਆ। ਜਿਹੜੇ ਮਨ ਦੇ ਵਿੱਚ ਰਾਮ ਨਹੀਂ ਵਸਿਆ, ਉਹ ਠੱਗਿਆ ਵੀ ਜਾਊਗਾ, ਉਹ ਜਨਮ ਮਰਨ ਦੇ ਵਿੱਚ ਵੀ ਆਊਗਾ। ਇਹ ਤੇ ਸਾਨੂੰ ਜੁਗਤੀ ਦੱਸ ਦਿੱਤੀ ਕਿ ਜੇ ਤੁਸੀਂ ਜਨਮ ਮਰਨ ਤੋਂ ਰਹਿਤ ਹੋਣਾ ਚਾਹੁੰਦੇ ਹੋ, ਜੇ ਤੁਸੀਂ ਮਾਇਆ ਦੀਆਂ ਠੱਗੀਆਂ ਤੋਂ ਬਚਣਾ ਚਾਹੁੰਦੇ ਹੋ, ਤੇ ਫਿਰ ਰਾਮ ਨੂੰ ਮਨ ਦੇ ਵਿੱਚ ਵਸਾ ਲਓ। ਰਾਮ ਕਿਹੜਾ? ਆ ਸਾਰਾ ਅਕਾਲ ਪੁਰਖ ਦਾ ਪ੍ਰਕਾਸ਼, ਜਿਹੜਾ ਸੱਚ, ਜਿਹੜਾ ਨਾਮ ਆ, ਜਿਹੜਾ ਗੁਰਮੰਤਰ ਦਾ ਅਭਿਆਸ ਆ। ਫਿਰ ਕਹਿੰਦੇ ਤਿੱਥੈ ਭਗਤ ਵਸਹਿ ਕੇ ਲੋਏ, ਕਰੈ ਆਨੰਦ ਸੱਚਾ ਮਨ ਸੋਏ। ਇੱਥੇ ਬੈਠ ਕੇ ਫਿਰ ਭਗਤ ਜਿਹੜੇ ਆ ਉਹ ਆਨੰਦ ਕਰਦੇ ਆ। ਭਗਤ ਜਿਹੜੇ ਗੁਣ ਗਾਉਂਦੇ ਆ, ਬਿਸਮਾਦ ਹੁੰਦੇ ਆ, ਸੱਚ ਦੀਆਂ ਕਥਾ ਕਹਾਣੀਆਂ ਕਰਦੇ ਆ। ਕਰੈ ਆਨੰਦ ਸੱਚਾ ਮਨ ਸੋਏ, ਸੱਚ ਦਾ ਉਹ ਫਿਰ ਆਨੰਦ ਕਰਦੇ ਆ। ਇਸ ਤੋਂ ਬਾਅਦ ਜਿਹੜਾ ਫਿਰ ਆਪਾਂ ਕਹਿ ਦਈਏ ਪੰਜਵਾਂ ਖੰਡ, ਜਾਂ ਕਹਿ ਦਈਏ ਮਾਲਕ ਦਾ ਖੰਡ, ਉਹ ਸ਼ੁਰੂ ਹੋ ਜਾਂਦਾ। ਕਹਿੰਦੇ ਸੱਚਖੰਡ ਵਸੇ ਨਿਰੰਕਾਰ। ਇਹ ਸੱਚਖੰਡ ਦੇ ਵਿੱਚ ਫਿਰ ਚਾਰੇ ਖੰਡ ਆ ਜਾਂਦੇ ਆ। ਸੱਚਖੰਡ ਕਹਿ ਦਿੱਤਾ ਕਿ ਫਿਰ ਜਿਹੜਾ ਸੱਚਖੰਡ ਆ ਉਹ ਕਿੱਥੇ ਆ? ਕਹਿੰਦੇ ਉਹਦੇ ਵਿੱਚ ਨਿਰੰਕਾਰ ਖੁਦ ਵਸਦਾ। ਉੱਥੇ ਨਾ ਅਨਹਦ ਆ, ਨਾ ਨਾਦ ਆ, ਨਾ ਵੇਦ ਆ, ਨਾ ਕਿਸੇ ਪ੍ਰਕਾਰ ਦਾ ਕੋਈ ਯੋਧ ਆ, ਨਾ ਮਹਾਬਲ। ਉਹ ਆਪ ਹੀ ਆਪ ਆ, ਉਹ ਪ੍ਰਕਾਸ਼ ਹੀ ਪ੍ਰਕਾਸ਼ ਆ।
कहते सचखंड वसे निरंकार। कर कर वेख्या नदर निहाल, उत्थे बैठ के वो आप कर करके देख रहा, जिन्होंने कहते ना सो दर तेरा केहा सो घर केहा, भी वो दर तेरा केड़ा वो घर तेरा केड़ा, भी जिथे तू बैठ के कर रहा। फिर इत्थे आके जवाब दिता कि वो सचखंड है, जिथे वो आप करके देख रहा, वो जेड़े दर ते आप बैठा। सचखंड वसे निरंकार, कर कर वेख्या नदर निहाल, इत्थे बैठ के वो कर करके देख रहा आ। ते वो सचखंड फिर कित्थे आ? कहंदे तिथे खंड मंडल वरभंड, जे को कथा है अंत ना अंत। उस सचखंड दे विच खंड भी आ, मंडल भी आ, धरतियां भी आ, पृथ्वियां भी आ, सारे घूमी जा रहे उस सचखंड दे विच। तिथे लोए लोए आकार, कहंदे उत्थे अचरज जे हर एक अलग शक्ल दे आकार आ देखो आकार बैठे उस सचखंड दे विच। तिथे लोए लो आकार, जिवें जिवें हुक्म तिवें ते विकार, जिन्हों जिथे लाया होया उत्थे लगे होए आ। हुण वो सचखंड किहड़ा आ धरती दे उपर आपां बैठे आ, ये धरती इस सच दे विच ही सारी घूम रही आ आकार किहड़े आ? सारे आकार आ। ते आ जिहड़ा खाली खिलाया इहनूं सचखंड कहता। फिर आ जिहड़ा बाहर जिहदे विच आपां बैठे आ हुण इस टाइम, इहनूं सचखंड कह दिता। पहलों आपां देखिया धर्मखंड, फिर देखिया ज्ञानखंड, फिर देखिया सरमखंड, फिर देखिया कर्मखंड, फिर कहंदे सचखंड किहड़ा? कहंदे चारे खंड इस सचखंड दे विच आ जिहड़ा फिर बाहर जिहड़ा जिवें गुरमुख अभ्यास करके जदों फिर ध्यान दी अवस्था 'च बैठदे आ ना, इहदे विच फिर सारा सच ही सच दिखदा, ये प्रकाश ही प्रकाश आ। वो कहंदा आप सारी खेल बना के आप उहदे विच वस गया। फिर कहंदे सचखंड वसे निरंकार, और फिर कह दिता तिथे लोए लो आकार, जिवें जिवें हुक्म तिवें ते विकार, वेखै विगसै कर विचार, नानक कथना करड़ा सार। आप देख रहा, आप वरत रहा, जोतां सारियां आप दियां बना के, पर उन्हां दा फिर जिहड़ी आ जजमेंट भी वो आप कर रहा। इत्थे खेल दो तरीकिਆਂ ਦੀ ਆ। एक तो हैगा कि खेल चल रही आ जिथे आ विचारां दा पसार हो रहा, तुसी मैं बोल रहा आप बोलते, तुसी बैठे अनजान बैठे, कई बुद्धि वाले बैठे, और एक आ निरंकार, उहदे विच कोई खेल नहीं, वो सिर्फ देख रहा कि जिहड़ी मैं साजना बनाई आ ये किस तरीके बनी। वेख्या विगसै कर विचार, आप देख रहा, आप ही विच वरत रहा, विचार कर रहा कि किहड़ा गुरमुख किस तरीके आ, कौन मनमुखा, को धात मंग रहा, कौन ले मंग रहा। कहते नानक कथना करड़ा सार, पर कहते इहदा कथन करना होवे कि मालिक किन्ना क वड्डा आ, मालिक की की अवस्था आ, मालिक का की खेल आ, तो कहते ये बहुत करड़ा सार है, ये नहीं हो सकता। कहते हुण कहते जत पहारा धीरज सुनियार। हुण इत्थे जत नूं कमाउणा आपां, जत की हुंदा? दुनियावी तौर ते तां जत आपां गृहस्थ दे विच खेलदे आ, ਉਹ ਇਹ अलग आ। जत हुंदा तुसीं ਉਹ जती हो जो कि जिहड़ी माया आ यही बेसवा हुंदी आ, माया ही जिहड़ी आ ਉਹ साडी बुद्धि नूं भ्रष्ट करदी आ, तुसीं माया दे जती बनना आ। धीरज सुनियार, और धीरज दा सुनियारा तुसीं आपदी मत दे विच फिट करना। हुण जे धीरज नहीं ना हैगी किसी नूं, चाहे नाम दे मार्ग ते देख लईए, चाहे माया दे मार्ग ते देख लईए, धीरज जिहड़ी आ, संतोख जिहड़ा आ वो विरलियां कोले आ। जत पहारा धीरज सुनियार, अहरण मत वेद हथियार। अहरण की हुंदी आ? जिहदे उत्ते रख के सुनियारा वो घड़दा आ, गहने घड़दा, हाँ जी, हाँ चोट मारदा। कहंदे वो मत नूं रख लो, अहरण बना लो, और वेद की चोट मारो उहदे ते। आ हुण वेद दे बचन आपां कर रहे हैं ना, गुरु ग्रंथ साहिब जी वेद आ, ये हुण तुसीं सारिआं ने मत इस टाइम अहरण बनाई हुई आ, ते आ वेद हथियार आ अपने कोल, गुरबाणी दे बचन जिहड़े हथियार आ, इहदी चोट मारो कहंदे बार बार, ते फिर लभो कित्थे कथोत आ साडे विच, डब कित्थे गा साडे च। अहरण मत वेद हथियार, भौ खला अगन तपताओ। मालक दे भौ दे विच और दुख दे अगन दे विच। हुण दुख की आपां नूं कि ये जिहड़ा सानूं जन्म मरण दा दुख लगा होया, ये जिहड़ा असीं शरीर नूं नहीं छड्ड रहे, ये जिहड़ा साडे नाल मालक दे नाल मिलाप नहीं हुंदा पिया, ये सब तो वड्डा दुख आ। इस दुख दा इलाज किवें होऊगा? भौ खला अगन तपताओ। सो वो मालक दा भौ लै आओ, फिर इस दुख दा इलाज होऊगा। भांडा भाओ अमृत तित ढाल, और भांडा की इस मालक दा भौ करना कि मैं सच्चे पातशाह तो, कि मैं माया दे विच ना रुझ जावां, माया मैनूं साड़ ना देवे। मालक दे
तो हर टाइम वक्त डरना कि मैं निंदिया ना कर बैठा, मैं चुगली ना कर देवां, मैं मालिक के सरगुण रूप की निंदिया ना कर देवां। भुखला अगन तपताओ भांडा पाओ, और इस मन दे विच भाव रखना। भाव, एक भाव हुंदा डर, भाव हुंदा प्यार। मन दे विच प्यार रखना मालिक दा। जदों असीं मालिक दा प्यार रखांगे फिर इहदी मैं निंदिया नहीं कर सकदा, फिर इहदे नाल मैं दुश्मनी नहीं कर सकदा, फिर इहदी मैं दुविधा नहीं कर सकदा। जदों मालिक दा भाव प्यार ना होऊगा फिर मैं इहदी निंदिया करूंगा, इहदी दुविधा करूंगा, इहदे नाल धड़ा बनाऊंगा। क्योंकि जदों मालिक नाल प्यार करोगे तो सब तो पहला पता लगता कि मालिका दर्शन दे, सब तो पहला आ जिहड़ा सरगुण रूप आ यही मालिक आ। मालिक दे रूप दसिया पंजवें पातशाह ने सरगुण, निर्गुण, निरंकार, कि एक सरगुण रूप आ, एक निर्गुण रूप आ। कहंदे ये दोनों ही रूप जिहड़े आ मालिक दे आ। ते जेकर असीं चाहुंदे आ कि सानूं निर्गुण दे भी दर्शन होण, वो निरंकार दे भी दर्शन होण, ते कहंदे सरगुण नूं फिर प्यार करना पैना। सो फिर कहंदे जदों मालिक दा प्यार होऊगा तो फिर असीं किसी दी भी निंदिया नहीं करांगे, किसी दी भी दुविधा नहीं करांगे। तां ही फिर कहंदे आ भौ खला अगन तपताओ भांडा पाओ अमृत तित ढाल। फिर कहंदे जिहड़ा अमृत आऊगा जदों मालिक दा भाव रखोगे, ਉਹਦਾ ਭਾव करोगे, प्यार करोगे, फिर जिहड़ा अंदर अमृत रस आउणा ਉਹਨੇ ਤੁਹਾਡੀ ढाल बनना। अमृत रस तो बिना कोई ढाल नहीं बन सकती होर दूजी चीज़। ढाल की है कि अमृत रस जदों साडे अंदर फिर चौंदा आ, अमृत रस दीयां बूंदां साडे अंदर आउंदियां, ਉਹੀ पंजां तो फिर सानूं बचाउंदियां। जिन्नी देर तक अमृत रस नहीं आउंदा ये अपनी खुराक लुट्टी जांदे आ, मन जिहड़ा आ ਉਹ दिनों दिन कमज़ोर हुंदा जांदा। ਜਦੋਂ फिर वो अमृत रस आउण लग गया, जिवें आपां ढाल दे नाल अगों शस्त्रां दा बचाव करदे आ ना, इसे तरीके अमृत रस ने ढाल बनना। फिर कहंदे घड़ीए शब्द सच्ची टकसाल। वो जिहड़ा शब्द आ वो सच्ची टकसाल, ते वो सच्ची टकसाल किहड़ी आ? जदों आपां फुरनिਆਂ तो रहत होके सुन्न दे विच चले जांदे आ ना, जिथे कोई विचार नहीं, ਉਹਨੂੰ सच्ची टकसाल कह दिता। जिन्हों आपां महाराज कहने ना, जय घर कीरत आखीए करते का होए विचारो, तित घर गावो सोहला सिमरो सिरजनाओ। उस घर दे विच बैठ के सोहला गाओ। आपां कहने ना कि फुरनिਆਂ तो रहत होके सिमरन करिया करो, फुरनिਆਂ तो रहत होके शब्द नूं सुनिया करो, फुरनिਆਂ तो रहत होके सच नूं देखिया करो, फुरनिਆਂ तो रहत होके संगत करिया करो। तां कहने तां घड़ीए शब्द सच्ची टकसाल, सच्ची टकसाल ते बैठ के तुसीं उस शब्द घड़ना कि फुरनिਆਂ तो रहत होके वो सच्ची टकसाल ते बैठ के जिथे हर वक्त नाद शब्द चल रहा। जदों अपने अंदर शब्द चलते आ फिर आप उस शब्द नाल जदों सुरती जोड़ के अभ्यास करते हैं, वाहिगुरू वाहिगुरू वाहिगुरू, करिए शब्द थोड़ा अभ्यास। गुरु वाहिगुरू 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 वाहिगुरू
ਇਸ ਤਰੀਕੇ ਜਦੋਂ ਆਪਾਂ ਫਿਰ ਫੁਰਨਿਆਂ ਤੋਂ ਰਹਿਤ ਹੋ ਕੇ ਸ਼ਬਦ ਨੂੰ ਜਿਹੜਾ ਘੜਦੇ ਆ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ ਤੇ ਫਿਰ ਇਸ ਤਰੀਕੇ ਨਦਰ ਹੁੰਦੀ ਆ। ਨਦਰ ਜਿਹਦੀ ਤੇ ਹੋਣ ਲੱਗ ਗਈ, ਉਹਦੀਆਂ ਨਿਸ਼ਾਨੀਆਂ ਕਿ ਉਹਨੂੰ ਸਿਮਰਨ ਦੀ ਭੁੱਖ ਲੱਗਣ ਲੱਗ ਜਾਂਦੀ ਆ। ਉਹਦੇ ਫੁਰਨੇ ਜਿਹੜੇ ਆ ਉਹ ਸਤੋਗੁਣੀ ਹੋਣੇ ਸ਼ੁਰੂ ਹੋ ਜਾਂਦੇ ਆ। ਉਹਦਾ ਧਿਆਨ ਜਿਹੜਾ ਆ ਉਹ ਸੱਚ ਦੀ ਪਰਪੱਕਤਾ ਵੱਲ ਆਉਣਾ ਸ਼ੁਰੂ ਹੋ ਜਾਂਦਾ। ਕਹਿੰਦੇ ਜਿਨ੍ਹਾਂ ਦੇ ਨਦਰ ਹੋਣੀ ਉਹਨਾਂ ਨੂੰ ਹੀ ਸੱਚਾ ਕਰਮ ਮਿਲਣਾ, ਤੇ ਉਹਨਾਂ ਨੇ ਹੀ ਇਹ ਸੱਚੀ ਕਾਰ ਕਰਨੀ ਆ। ਜਿੰਨੀ ਦੇਰ ਤੱਕ ਉਹ ਨਦਰ ਦੇ ਵਿੱਚ ਨਹੀਂ ਆਉਂਦੇ, ਸਹਿਜ ਦੇ ਵਿੱਚ ਨਹੀਂ ਆਉਂਦੇ, ਕਰਮ ਉਹ ਸੱਚਾ ਨਹੀਂ ਕਰਦੇ, ਉਨੀ ਦੇਰ ਤੱਕ ਸਾਡੀ ਪ੍ਰਵਾਨਗੀ ਨਹੀਂ ਹੈਗੀ। ਕਰਿਓ ਗੁਰਮੁਖਾਂ ਨੂੰ ਕਾਬੂ ਥੋੜਾ। ਜਿਨ ਕੋ ਨਦਰ ਕਰਮ ਤਿਨਕਾਰ, ਨਦਰ ਹੁੰਦੀ ਆ ਸਹਿਜ। ਹੁਣ ਜਿਹਦੇ ਤੇ ਨਦਰ ਕਰੂਗਾ ਮਾਲਕ, ਉਹਦੀਆਂ ਇਹੀ ਨਿਸ਼ਾਨੀਆਂ ਕਿ ਪਿਆਰ ਦੇ ਵਿੱਚ ਉਹਦੀ ਮਨ ਨੇ ਭਿੱਜਣ ਲੱਗ ਜਾਣਾ। ਉਹਦਾ ਜਿਹੜਾ ਮਨ ਆ ਉਹਨੂੰ ਗੁਰਮੰਤਰ ਦੀ, ਉਸ ਸੰਗਤ ਦੀ ਉਹ ਭੁੱਖ ਲੱਗਣੀ ਸ਼ੁਰੂ ਹੋ ਜਾਣੀ ਹੈ। ਜਿੰਨੀ ਦੇਰ ਤੱਕ ਮਾਲਕ ਦੀ ਨਜ਼ਰ ਨਹੀਂ ਹੁੰਦੀ, ਮਾਲਕ ਦਾ ਭਰੋਸਾ ਨਹੀਂ ਆਉਂਦਾ, ਮਨ ਦੇ ਵਿੱਚ ਵਿਸ਼ਵਾਸ ਨਹੀਂ ਆਉਂਦਾ, ਮਨ ਮੰਨਦਾ ਨਹੀਂਗਾ, ਮਨ ਸਹਿਜ ਵਿੱਚ ਨਹੀਂ ਹੁੰਦਾ, ਮਨ ਅਭਿਆਸ ਨਹੀਂ ਕਰਦਾ। ਤਾਂ ਹੀ ਕਹਿੰਦੇ ਆ ਨਾਨਕ ਨਦਰੀ ਨਦਰ ਨਿਹਾਲ। ਜਿਹੜੇ ਮਾਲਕ ਦੀ ਨਜ਼ਰਾਂ ਦੇ ਵਿੱਚ ਆ ਗਏ ਫਿਰ ਉਹ ਨਦਰ ਨਿਹਾਲ ਹੁੰਦੇ ਆ। ਉਹਨਾਂ ਦੀ ਨਿਸ਼ਾਨੀ ਆ ਕਿ ਉਹ ਸਹਿਜ ਹੁੰਦੇ, ਉਹ ਸ਼ਬਦ ਦੇ ਦਾਇਰੇ ਵਿੱਚ ਆ ਜਾਂਦੇ ਆ। ਮਾਲਕ ਦੀਆਂ ਨਜ਼ਰਾਂ ਦੇ ਵਿੱਚ ਆਉਣ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਜਤ ਸਤ ਸੰਜਮ ਸਹਿਨਸ਼ੀਲਤਾ ਇਹਨਾਂ ਧਰਮਾਂ ਕਰਮਾਂ ਨੂੰ ਅਪਣਾਉਂਦੇ ਆ, ਉਸ ਮਾਲਕ ਦੇ ਸੋਹਿਲੇ ਗਾਉਂਦੇ ਆ, ਫਿਰ ਉਹ ਸਾਡੇ ਤੇ ਬਖਸ਼ੀਸ਼ ਕਰਦਾ। ਉਹ ਸਾਨੂੰ ਉਹ ਅਨਹਦ ਬਾਣੀ ਸੁਣਾਉਂਦਾ, ਉਹ ਸਾਨੂੰ ਉਹ ਅੰਮ੍ਰਿਤ ਰਸ ਦਿੰਦਾ, ਉਹ ਸਾਨੂੰ ਉਹ ਗਿਆਨ ਬਖਸ਼ਿਸ਼ ਕਰਦਾ, ਉਹ ਸਾਨੂੰ ਜੁਗਤੀਆਂ ਬਖਸ਼ਿਸ਼ ਕਰਦਾ। ਫਿਰ ਉਹ ਕਹਿੰਦੇ ਉਹ ਨਦਰ ਨਿਹਾਲ ਹੁੰਦੇ ਆ। ਫਿਰ ਸ਼ਲੋਕ ਜਪਜੀ ਸਾਹਿਬ ਦੀ ਬਾਣੀ 2 ਸ਼ਲੋਕਾਂ ਦੇ ਵਿੱਚ ਹੀ ਸਾਰਾ ਐਕਸਪਲੇਨ ਕੀਤੀ ਹੋਈ ਹੈ। ਪਹਿਲਾ ਸ਼ਲੋਕ ਹੈ ਆਦਿ ਸੱਚ ਜੁਗਾਦ ਸੱਚ ਹੈ ਭਈ ਸੱਚ ਨਾਨਕ ਹੋਸੀ ਭਈ ਸੱਚ, ਔਰ ਆਖਰੀ ਸ਼ਲੋਕ ਹੈ ਪੌਣ ਗੁਰੂ ਪਾਣੀ ਪਿਤਾ ਵਾਲਾ। ਸੋ ਮਹਾਰਾਜ ਫਿਰ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹੁਣ ਪੌਣ ਨੂੰ ਗੁਰੂ ਦਾ ਖਿਤਾਬ ਦਿੱਤਾ। ਕਿਉਂ? ਕਿਉਂਕਿ ਇਹ ਪੌਣ ਜਿਹੜਾ ਆ ਇਹ ਸਾਡੀ ਗੁਰੂ ਆ, ਇਹ ਸਾਨੂੰ ਜ਼ਿੰਦਗੀ ਬਖਸ਼ਦੀ ਆ। ਜੇ ਪੌਣ ਨਾ ਹੋਵੇ ਤੇ ਸਾਡਾ ਸਰੀਰ ਖੜ ਨਹੀਂ ਸਕਦਾ। ਦੂਜਾ ਪੌਣ ਨੂੰ ਤਾਂ ਗੁਰੂ ਦਾ ਖਿਤਾਬ ਹੈ ਕਿ ਪੌਣ ਦਾ ਸ਼ਬਦ ਵਾਹਿਗੁਰੂ ਸ਼ਬਦ ਜਿਹੜਾ ਆ ਇਹਨੂੰ ਜਪ ਕੇ ਉਹ ਨਾਮ ਦੀ ਪ੍ਰਾਪਤੀ ਹੁੰਦੀ ਹੈ, ਇਹਨੂੰ ਜਪ ਕੇ ਸੱਚ ਦੀ ਪ੍ਰਾਪਤੀ ਹੁੰਦੀ ਆ। ਪੌਣ ਦੇ ਸ਼ਬਦ ਦੁਆਰਾ ਆਪਾਂ ਸੱਚ ਨੂੰ ਪਾਉਂਦੇ ਆ। ਤੀਜਾ ਪੌਣ ਨੂੰ ਗੁਰੂ ਦਾ ਖਿਤਾਬ ਤਾਂ ਦਿੱਤਾ ਕਿ ਪਵਨ ਦੀ ਭਾਸ਼ਾ ਆ ਸਾਰੀ ਪੰਜਾਬੀ ਭਾਸ਼ਾ ਜਿਹੜੀ ਹੈ ਪੌਣ ਦੇ ਵਿੱਚ ਹੀ ਪ੍ਰਗਟ ਆ ਨਾ, ਹਿੰਦੀ ਉਰਦੂ ਬੰਗਾਲੀ ਜੋ ਵੀ, ਪੌਣ ਦੁਆਰਾ ਹੀ ਅਸੀਂ ਮਾਲਕ ਦਾ ਗਿਆਨ ਲੈਂਦੇ ਹਾਂ। ਜੇ ਹੁਣ ਸਾਹ ਬੰਦ ਕਰ ਦਈਏ ਭਾਸ਼ਾ ਖਤਮ। ਜੇ ਪੌਣ ਹੈ ਤਾਂ ਗਿਆਨ ਹੈ, ਜੇ ਪੌਣ ਹੈ ਤਾਂ ਅਭਿਆਸ ਹੈ, ਜੇ ਪੌਣ ਹੈ ਤਾਂ ਤੁਹਾਡਾ ਜੀਵਨ ਹੈ। ਇਸ ਕਰਕੇ ਪੌਣ ਨੂੰ ਗੁਰੂ ਦਾ ਖਿਤਾਬ ਆ। ਪਾਣੀ ਪਿਤਾ, ਪਾਣੀ ਨੂੰ ਪਿਤਾ ਕਿਉਂ ਕਹਿ ਦਿੱਤਾ? ਕਿਉਂਕਿ ਇਹ ਸਾਰਾ ਜਿਹੜਾ ਸਰੀਰ ਆ ਇਹ ਪਾਣੀ ਤੋਂ ਤਿਆਰ ਹੋਇਆ ਹੋਇਆ। ਜਿਵੇਂ ਪਿਤਾ ਬਾਹਰ ਦ੍ਰਿਸ਼ਟਾਂ 'ਚ ਦੇਖਦੇ ਆਪਾਂ ਸਹਾਰਾ ਦਿੰਦਾ, ਸਾਨੂੰ ਬਾਹਰ ਪੂੰਜੀ ਲਿਆ ਕੇ ਦਿੰਦਾ, ਕਰਮ ਕਰਕੇ ਸਾਨੂੰ ਖਾਣ ਪੀਣ ਦੀਆਂ ਦਿੰਦਾ। ਇਸੇ ਤਰੀਕੇ ਜੇ ਸਰੀਰ ਨਾ ਹੋਵੇ, ਇਹ 84 ਲੱਖ ਜੂਨ ਤੋਂ ਉੱਤਮ ਇਹ ਜਾਮਾ ਨਾ ਹੋਵੇ ਤੇ ਅਸੀਂ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇੱਕ ਮਾਨਸ ਜਾਮੇ ਨੂੰ ਹੀ ਵਡਿਆਈ ਦਿੱਤੀ ਹੈ ਜਿਹਦੇ ਵਿੱਚ ਆ ਕੇ ਸੱਚ ਵਿੱਚ ਜਾਇਆ ਜਾ ਸਕਦਾ। ਹੋਰ ਦੂਸਰੀਆਂ ਜੂਨਾਂ 84 ਲੱਖ ਦੇ ਵਿੱਚ ਕਿਤੇ ਕੋਈ ਵਡਿਆਈ ਨਹੀਂ ਹੈਗੀ। ਪਾਣੀ ਜਿਹੜੀ ਆ ਇਹ ਪਿਤਾ ਹੁੰਦਾ। ਮਾਤਾ ਧਰਤ ਮਹਤ, ਕਹਿੰਦੇ ਆਹ ਧਰਤੀ ਜਿਹੜਾ ਆ ਇਹ ਸਰੀਰ ਨੂੰ ਕਹਿ ਦਿੱਤਾ ਗਿਆ। ਇਹ ਕਹਿੰਦੇ ਮਾਤਾ ਆ। ਮਹਤ ਕੀ? ਜਿਵੇਂ ਮਾਤਾ ਦੇ ਸੀਨੇ ਤੇ ਬੱਚਾ ਖੇਡਦਾ, ਮਾਤਾ ਤੋਂ ਸਾਰੀ ਵਡਿਆਈ ਲੈਂਦਾ, ਉਸੇ ਤਰੀਕੇ ਆਪਾਂ ਉਦਣ ਵੀ ਕਿਹਾ ਸੀਗਾ, ਉਦਣ ਆਪਾਂ ਵਿਚਾਰ ਕੀਤੀ ਸੀਗੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉੱਥੇ ਗੁਰਮੁਖ ਕਹਿੰਦੇ ਸੀ ਵੀ ਇੱਥੇ ਮਾਂ ਕਿਹਨੂੰ ਕਿਹਾ ਗਿਆ? ਵੀ ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਮਾਤਾ ਨੂੰ ਕਿਹਾ ਵੀ ਆਪ ਜੀ ਨੂੰ ਵੀ ਮੈਨੂੰ ਆਨੰਦ ਹੋ। ਕਹਿੰਦੇ ਨਹੀਂ, ਇਹ ਮਾਤਾ ਧਰਤ ਮਹਤ, ਇਹਨੂੰ ਸਰੀਰ ਨੂੰ ਕਿਹਾ ਕਿ ਮੈਨੂੰ ਆਨੰਦ ਹੋ ਗਿਆ। ਕਿਉਂਕਿ ਇਹ ਸਰੀਰ ਤ੍ਰੈਗੁਣ, ਇਹਨੂੰ ਪਤਾ ਨਹੀਂ ਹੈਗਾ ਕਿ ਕਿਸ ਤਰੀਕੇ ਜੇ ਇਹੀ ਜੇ ਮਨਮੁਖ ਇਹਨੂੰ ਚੁਗਲੀ ਨਿੰਦਿਆ ਤੇ ਲਾਉਂਦਾ ਤੇ ਚੁਗਲੀ ਨਿੰਦਿਆ ਤੇ ਲੱਗ ਜਾਂਦਾ। ਜੇ ਇਹਨੂੰ ਆਪਾਂ ਗੁਰਮੰਤਰ ਤੇ ਲਾਵਾਂਗੇ
ਵਡਿਆਈ ਤੇ ਲਾਵਾਂਗੇ ਤੇ ਇਹ ਉੱਥੇ ਲੱਗ ਜਾਂਦਾ, ਇਹਦਾ ਜਿੱਧਰ ਲਾਓਗੇ ਉੱਥੇ ਲੱਗ ਜਾਊਗਾ। ਫਿਰ ਜਦੋਂ ਇਹ ਮਾਤਾ ਰੂਪ ਹੁੰਦੀ ਆ ਕਿ ਇਹ ਸਾਡੇ ਪਿਆਰ ਦੇ ਵਿੱਚ ਜੋ ਅਸੀਂ ਕਵਾਂਗੇ ਉਹੀ ਸਾਨੂੰ ਦਊਗਾ। ਜਦੋਂ ਫਿਰ ਗੁਰਮੁਖ ਸੱਚ ਨੂੰ ਪਾ ਲੈਂਦੇ ਆ, ਫਿਰ ਉਹਨਾਂ ਆ ਕੇ ਸਰੀਰ ਦੇ ਇਹ ਤੱਤ ਜਿਹੜੇ ਹੁੰਦੇ ਆ, ਜਿਵੇਂ ਜਿਵੇਂ ਤੁਸੀਂ ਸਹਿਜ ਦੇ ਵਿੱਚ ਉਤਰਦੇ ਜਾਓਗੇ, ਇਹ ਤੱਤ ਵੀ ਤੁਹਾਡੇ ਨਾਲ ਆਪਸੀ ਜਿਹੜੇ ਸਰੀਰ ਤੱਤਾਂ ਤੋਂ ਬਣਿਆ ਨਾ, ਇਹਨਾਂ ਨਾਲ ਵੀ ਤੁਸੀਂ ਵਿਚਾਰਾਂ ਕਰ ਸਕਦੇ ਹੋ, ਇਹਨਾਂ ਨਾਲ ਵੀ ਤੁਸੀਂ ਗੱਲਾਂ ਕਰ ਸਕਦੇ ਹੋ। ਸੋ ਫਿਰ ਇਹ ਪਾਸ਼ਾ ਉਹਨਾਂ ਨੇ ਜਦੋਂ ਕੀਤੀਆਂ, ਉਹ ਫਿਰ ਜਦੋਂ ਸੱਚ ਦੇ ਨਾਲ ਮਿਲਾਪ ਕਰਕੇ ਜਦੋਂ ਵਾਪਸ ਇਸ ਸਰੀਰ ਦੇ ਵਿੱਚ ਆਉਂਦੇ ਆ, ਫਿਰ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਵੀ, ਮੇਰਾ ਸਤਿਗੁਰ ਦੇ ਨਾਲ ਮਿਲਾਪ ਹੋ ਗਿਆ। ਮਿਲਾਪ ਸਤਿਗੁਰ ਨਾਲ ਮਨ ਦਾ ਹੁੰਦਾ, ਨਾ ਕਿ ਤਨ ਦਾ। ਮਨ ਦਾ ਮਿਲਾਪ ਸਤਿਗੁਰ ਨਾਲ ਹੋਊਗਾ, ਉਹ ਮਨ ਫਿਰ ਉਹਦੇ ਤੋਂ ਵਡਿਆਈਆਂ ਲੈ ਕੇ, ਉਹਦੀਆਂ ਬਖਸ਼ਾਂ ਲੈ ਕੇ, ਰਸ ਲੈ ਕੇ, ਨਾਮ ਲੈ ਕੇ, ਫਿਰ ਉਹ ਜਦੋਂ ਸਰੀਰ 'ਚ ਆਉਂਦਾ, ਫਿਰ ਇਹ ਸਰੀਰ ਵੀ ਆਨੰਦਿਤ ਹੁੰਦਾ। ਇਹਦੇ ਵਿੱਚ ਫਿਰ ਉਹ ਅੰਮ੍ਰਿਤ ਰਸ ਪਾਉਂਦਾ, ਉਹੀ ਮਨ ਇਹਦੇ ਵਿੱਚ ਨਾ ਦੁਆਰਾ ਫੁਰਨੇ ਰੋਕਦਾ, ਫਿਰ ਇਹ ਸਰੀਰ ਵੀ ਸਾਰਾ ਪ੍ਰਵਾਨ ਹੋ ਜਾਂਦਾ। ਸੋ ਇਹ ਮਾਤਾ ਧਰਤ ਮਹੱਤ ਕਹਿੰਦੇ ਦਿਵਸ ਰਾਤ ਦੋਇ ਦਾਈ ਦਾ ਆ। ਕਹਿੰਦੇ ਇੱਥੇ ਦਿਨ ਤੇ ਰਾਤ ਦੀ ਖੇਲ ਚੱਲ ਰਹੀ ਆ। ਜਿਵੇਂ ਦਿਨ ਦੇ ਵਿੱਚ ਆਪਾਂ ਕਰਮ ਕਰਦੇ ਆ ਤੇ ਰਾਤ ਨੂੰ ਆਪਾਂ ਕਰਮ ਕੀਤਾ ਔਰ ਦੇਹ ਨੂੰ ਰਿਲੈਕਸ ਕੀਤਾ ਤੇ ਆਪਾਂ ਆਪਦੇ ਘਰ ਚਲੇ ਜਾਂਦੇ ਆ, ਸੰਜੋਗ ਤੋਂ ਵਿਜੋਗ ਹੋ ਜਾਂਦਾ ਹੈ। ਔਰ ਦੂਜੇ ਤਰੀਕੇ ਦਿਵਸ ਰਾਤ ਦੀ ਕਿਵੇਂ ਚੱਲ ਰਹੀ ਆ, ਉੱਥੇ ਦੇਹੋਂ ਇੱਥੇ ਸਭ ਰਾਤ। ਜਿਹੜਾ ਚੌਥਾ ਪਦ ਹੈ ਜਿੱਥੇ ਮਾਲਕ ਆ ਉਹਨੂੰ ਦਿਨ ਕਹਿ ਦਿੱਤਾ ਗਿਆ, ਤੇ ਜਿਹੜਾ ਇੱਥੇ ਤ੍ਰੈਗੁਣ ਆ, ਜਿਹੜਾ ਸੰਸਾਰ ਆ, ਇਹਨੂੰ ਰਾਤ ਕਹਿ ਦਿੱਤਾ ਗਿਆ। ਇਹ ਸਾਰਾ ਜਿਹੜਾ ਖੇਲ ਹੈ ਇਹਨੂੰ ਰਾਤ ਕਹਿ ਦਿੱਤਾ ਗਿਆ। ਤੇ ਕਹਿੰਦੇ ਰਾਤ ਤੇ ਦਿਨ, ਸ਼ਿਵ ਤੇ ਸ਼ਕਤੀ ਦੀ, ਅਕਾਲ ਪੁਰਖ ਤੇ ਮਾਇਆ ਦੀ, ਇਹ ਸਮਝਾ ਦਿੱਤਾ ਵਾਰ-ਵਾਰ। ਇਸੇ ਖੇਲ ਦੇ ਵਿੱਚ ਹੀ ਖੇਲਾ ਸਗਲ ਜਗਤ ਚੱਲ ਰਿਹਾ, ਇਹ ਸਾਰਾ ਖੇਲ ਚੱਲਦਾ ਹੈ। ਹੁਣ ਜਿਵੇਂ ਕਹਿ ਦਿੱਤਾ ਮਨ ਜਿਹੜਾ ਆ ਉਹ ਅਕਾਲ ਪੁਰਖ ਚੋਂ ਪ੍ਰਗਟ ਹੋਇਆ, ਉਹਨੂੰ ਸ਼ਿਵ ਕਹਿ ਦਿੱਤਾ। ਸ਼ਿਵ ਦਾ ਮਤਲਬ ਕਿ ਅਕਾਲ ਪੁਰਖ। ਔਰ ਜਿਹੜੀ ਇਹ ਤ੍ਰੈਗੁਣ ਆ, ਇਹ ਮਾਇਆ ਚੋਂ ਪ੍ਰਗਟ ਹੋਈ ਆ, ਇਹਨੂੰ ਸ਼ਕਤੀ ਕਹਿ ਦਿੱਤਾ। ਇਸ ਕਰਕੇ ਕਹਿੰਦੇ ਇਹਨਾਂ ਦੋਨਾਂ ਵਿੱਚ ਖੇਲ ਰਿਹਾ। ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਚਾਹੇ ਕੋਈ ਨਾਮ ਜਪ ਰਿਹਾ ਤੇ ਚਾਹੇ ਕੋਈ ਨਿੰਦਿਆ ਦੁਬਦਾ ਚੁਗਲੀ ਕਰ ਰਿਹਾ, ਇਹ ਕਹਿੰਦਾ ਹਰ ਇੱਕ ਚੀਜ਼ ਮਾਲਕ ਦੇਖਦਾ ਪਿਆ। ਵਾਚੇ ਧਰਮ ਹਦੂਰ, ਧਰਮ ਦੇ ਆਧਾਰ ਤੇ ਦੇਖ ਰਿਹਾ, ਸਤੋਗੁਣ ਦੇ ਆਧਾਰ ਤੇ। ਮਾਲਕ ਜਿਹੜਾ ਵੀ ਲਾਉਂਦਾ ਨਾ ਵੀ ਇਹ ਕਿੰਨੇ ਕੀ ਕੀਤਾ, ਉਹ ਸਤੋਗੁਣ ਦੇ ਆਧਾਰ ਤੇ ਦੇਖਦਾ। ਸਤੋਗੁਣ 'ਚ ਕੀ, ਜਤ ਸਤ ਸੰਜਮ ਸਹਿਣਸ਼ੀਲਤਾ, ਇਸ ਆਧਾਰ ਤੇ ਉਹ ਫੈਸਲਾ ਕਰਦਾ ਆ, ਨਾ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਫੈਸਲਾ ਕਰਦਾ। ਉਹ ਕਰਦਾ ਸਹਿਜ ਦੇ ਨਾਲ। ਜਿਵੇਂ ਕੋਈ ਵੀ ਗਲਤੀ ਕਰਦਾ, ਹੁਣ ਆਮ ਜਿਹੜੀ ਹੋਈ ਗੱਲ ਆ, ਜਿਵੇਂ ਕਿਸੇ ਨੇ ਕੋਈ ਗੱਲ ਕਰਤੀ ਤੇ ਬਾਹਰ ਗਲੀ ਦੇ ਵਿੱਚ ਕੋਈ ਖੜਾ ਗੁਰਮੁਖ, ਉਹਨੇ ਇੱਕ ਦੂਜੇ ਨਾਲ ਦੁਬਦਾ ਕਰ ਲਈ। ਹੁਣ ਉਹਨਾਂ ਕੀ ਦੁਬਦਾ ਕੀਤੀ, ਤੁਸੀਂ ਆ ਕੇ ਆਪਦੇ ਭਾਈ ਨੂੰ ਦੱਸਿਆ, ਮਾਂ ਬਾਪ ਨੂੰ ਦੱਸਿਆ ਕਿ ਉਹਨੇ ਆਹ ਗੱਲ ਕੀਤੀ ਆ, ਉਹ ਚੁਗਲੀ ਨਹੀਂ ਹੁੰਦੀ। ਜੋ ਹੋਈ ਗੱਲ ਕਹਿਣੀ ਉਹ ਚੁਗਲੀ ਨਹੀਂ ਹੁੰਦੀ। ਅੱਗੇ ਵੀ ਅਸੀਂ ਵਿਚਾਰ ਕਰਦੇ ਸੀ, ਜਿਹੜੀ ਹੋਈ ਗੱਲ ਤੋਂ ਇਲਾਵਾ ਉਹਦੇ 'ਚ ਵਧਾ ਕੇ ਕਰਨੀ, ਆਪਦੇ ਮਨ ਦੇ ਫੁਰਨੇ ਜੋੜ ਲੈਣੇ, ਉਹ ਚੁਗਲੀ ਬਣ ਜਾਂਦੀ ਆ। ਫਿਰ ਜਾਂ ਐਸੀ ਗੱਲ ਜਿਹਦੇ ਨਾਲ ਤੁਹਾਡਾ ਦੋਨਾਂ ਦਾ ਤਕਰਾਰ ਬਣ ਜਾਏ, ਇਹੋ ਜਿਹੀ ਗੱਲ ਕੋਈ ਲਾਉਣੀ ਵਿੱਚ ਕਿ ਦੋਨਾਂ ਦੇ ਵਿੱਚ ਅਗਨ ਫੈਲ ਜੇ, ਉਹ ਦੁਬਦਾ ਹੁੰਦੀ ਆ, ਉਹ ਚੁਗਲੀ ਹੁੰਦੀ ਆ। ਜੋ ਹੋਈ ਗੱਲ, ਜੋ ਤੁਸੀਂ ਦੇਖੀ, ਉਹ ਆ ਕੇ ਤੁਸੀਂ ਆਪਦੇ ਪਰਿਵਾਰ 'ਚ ਦੱਸੀ, ਆਪਦੇ ਭਾਈ ਭੈਣ ਨੂੰ ਦੱਸੀ, ਉਹ ਚੁਗਲੀ ਨਹੀਂ ਹੁੰਦੀ। ਸੋ ਇਸ ਕਰਕੇ ਇਹ ਦੇਖਣਾ, ਇਹ ਮਾਲਕ ਦੇਖਦਾ ਕਿ ਗੱਲਾਂ ਬਾਤਾਂ ਇਹ ਚੁਗਲੀ ਆਧਾਰ ਤੇ ਕਰ ਰਿਹਾ, ਦੁਬਦਾ ਕਰ ਰਿਹਾ, ਉਹ ਫਿਰ ਧਰਮ ਦੇ ਆਧਾਰ ਤੇ ਦੇਖਦਾ। ਕਰਮੀ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਹਿੰਦੇ ਦੇਖ ਰਿਹਾ, ਹਦੂਰ ਬਿਲਕੁਲ ਨੇੜੇ ਹੋ ਕੇ ਦੇਖ ਰਿਹਾ। ਕਰਮੀ ਆਪੋ ਆਪਣੀ ਕੋ ਨੇੜੇ ਕੋ ਦੂਰ। ਆ ਹਰ ਇੱਕ ਦਾ ਆਪੋ ਆਪ ਦਾ ਕਰਮ ਆ। ਹੁਣ ਦੇਖੋ ਆਪਾਂ ਇਹ ਸੱਚਾ ਕਰਮ ਕਰ ਰਹੇ ਹਾਂ ਤੇ ਮਾਲਕ ਆਪਾਂ ਨੂੰ ਨਜ਼ਦੀਕ, ਹੁਣ ਆਪਾਂ ਉਹਦੀ ਉਸਤਤ ਕਰ ਰਹੇ ਹਾਂ, ਆਪਾਂ ਨੂੰ ਨੇੜੇ ਜਾਪ ਰਿਹਾ। ਤੇ ਕੋਈ ਮਨਮੁਖ ਆ, ਉਹ ਐਸੇ ਕਰਮ ਕਰਦਾ, ਉਹਨੂੰ ਮਾਲਕ ਬਹੁਤ ਦੂਰ ਜਾਪਦਾ। ਕਰਮ ਹੀ ਆ ਆਪੋ ਆਪ ਦੇ। ਇੱਕ ਗੁਰਮੁਖ ਆ, ਗੁਰਮੰਤਰ ਦੁਆਰਾ ਕਰਮ ਕਰਦੇ ਆ, ਸੱਚ ਦੀ ਉਸਤਤ ਕਰਦੇ। ਕਹਿੰਦੇ ਕਰਮੀ ਆਪੋ ਆਪਣੀ ਕੋ ਨੇੜੇ, ਬਿਲਕੁਲ ਮਾਲਕ ਉਹਨਾਂ ਨੂੰ ਨੇੜੇ ਦਿਖਦਾ, ਕੋ ਦੂਰ। ਕੋਈ ਐਸੇ ਤ੍ਰੈਗੁਣੀ ਕਰਮ ਕਰਦੇ ਆ, ਇੰਨੀ ਦੁਬਦਾ ਕਰਦੇ ਆ, ਕ੍ਰੋਧ ਕਰਦੇ ਆ, ਉਹ ਸੋਚਦੇ ਆ ਪਤਾ ਨਹੀਂ ਰੱਬ ਕਿੱਥੇ ਗਾ। ਜਦੋਂ ਫਿਰ ਸੱਚ ਦੀ ਸਿੱਖਿਆ ਕਰਦੇ ਆ, ਸਿਮਰਨ ਕਰਦੇ ਆ, ਤੇ ਫਿਰ ਜਿਹੜਾ ਇਹ ਸੱਚਖੰਡ ਦੇ ਵਿੱਚ ਵਸਿਆ ਹੋਇਆ ਨਾ ਪ੍ਰਕਾਸ਼ ਰੂਪ ਆ, ਉਹ ਬਿਲਕੁਲ ਪਾਣੀ ਦੀ ਤਰ੍ਹਾਂ ਸਾਫ਼, ਉਹ ਫਿਰ ਦਿਖਣਾ ਸ਼ੁਰੂ ਹੋ ਜਾਂਦਾ। ਪਹਿਲਾਂ ਤਾਂ ਅਸੀਂ ਸੰਗਤ ਦੇ ਵਿੱਚ ਜਾ ਕੇ ਸਾਨੂੰ ਪਤਾ ਹੀ ਲੱਗਦਾ ਕਿ ਜਿਵੇਂ ਇੱਕ ਮੱਛੀ ਆ ਜਿਹੜੀ ਉਹ ਪਾਣੀ ਦੇ ਵਿੱਚ ਫਿਰਦੀ ਆ, ਔਰ ਜੇ ਮੱਛੀ ਕਵੇ ਕਿ ਪਾਣੀ ਕਿੱਥੇ ਗਾ, ਤੇ ਆਪਾਂ ਉਹਨੂੰ ਕਹਾਂਗੇ ਤੂੰ ਪਾਣੀ ਦੇ ਵਿੱਚ ਆ। ਇਸੇ ਤਰੀਕੇ ਜਦੋਂ ਗੁਰਮੁਖਾਂ ਨੇ ਪੁੱਛਿਆ ਸਾਧੂਆਂ ਨੂੰ, ਸੰਤਾਂ ਨੂੰ, ਗੁਰੂ ਸਾਹਿਬਾਨਾਂ ਨੂੰ ਕਿ ਮਾਲਕ ਕਿੱਥੇ ਆ, ਤੇ ਉਹ ਕਹਿੰਦੇ ਤੁਸੀਂ ਮੱਛੀ ਦੀ ਨਿਆਏ ਹੋ ਤੇ ਮਾਲਕ ਇੱਕ ਸਾਗਰ ਆ, ਤੇ ਉਹਦੇ ਵਿੱਚ ਹੀ ਤੁਸੀਂ
कर रहे हो, फिर रहे हो, जिवें मच्छी पानी 'ਚ फिरदी है, इवें तुसीं मालक दे विच फिरदे हो। कहते घट घट मैं जो हर वसिओ संतन कहिओ पुकार। सो तां ही महाराज ने कहा आ कि जिथे भी जह जह देखा तह तह तू है, तुझसे निकसी फूट है। तू दरियाओ दाना बीना, मैं मछली कैसे अंत लहा। कि तू तो दरिया आ, सारे पासे आ, मैं एक मच्छी दी न्याई आ, पता नहीं जिथे देखदा तू ही तू आ। फिर जदों अच्छे कर्म करते हैं, सिमरन करते हैं, मालक की सिफत सलाह करते हैं, उस्तत करते हैं, फिर कहते कोई नेड़े को दूर जिन्नी नाम ते आया, जिन्हां ने नाम नूं ध्याया आ। नाम पहलों गुरमंत्र, फिर वो अनहद शब्द जिहड़ा प्रगट हो जाता उन्होंने ध्याउणा। गए मसक्कत काल, मसक्कत इत्थे उस समय मसक्कत, मशक्कत इत्थे मसक्कत जिहड़ा शब्द है वो मशक्कत लई वरतिया गया, मेहनत लई वरतिया गया। जिन्हां ने मेहनत की, मशक्कत की, नाम नूं ध्याया, नानक ते मुख उजले केती छुट्टी नाल। एक अगਾਂ जाके दूसरे पातशाह ने यही शब्द दोबारा लिखिया, उन्होंने लिखिया होया नानक ते मुख उजले होर केती छुट्टी नाल, उन्होंने होर लाया होया, ये अगे चल के आउंदा शब्द। सो मतलब यह है कि जिन्हां ने नाम नूं ध्याया और मशक्कत दे नाल ध्याया, घालना घालियां, आप तां उन्हां दे मुख उजड़ होए होए होर केती छुट्टी नाल, या इत्थे कल्ला कह दईए केती छुट्टी नाल। जिहड़ी देही दे विच वसदे आ ना लखां करोड़ां जीव, ਜਦੋਂ ਅਭਿਆਸ ਕਰਦੇ ਆ, ਅੰਮ੍ਰਿਤ ਰਸ ਆਉਂਦਾ, ਉਹ ਨਾਦ ਦੇ ਨਾਲ ਫੁਰਨੇ ਰੁਕਦੇ ਆ, ਇਹਨਾਂ ਨੂੰ ਵੀ ਉਹ ਮੁਕਤ ਕਰਾ ਕੇ ਆ ਸਾਰੀ ਦੇਹੀ ਨੂੰ ਪ੍ਰਵਾਨ ਕਰਵਾ ਕੇ ਉਹ ਆਪਦੇ ਨਾਲ ਉਸ ਘਰ ਦੇ ਵਿੱਚ ਲੈ ਜਾਂਦੇ ਆ। ਸੋ ਤਾਂ ਹੀ ਮਹਾਰਾਜ ਨੇ ਸਾਰੀ ਨਾਮ ਦੀ ਮਹਿਮਾ ਜਿਹੜੀ ਆ ਉਹ ਜਪਜੀ ਸਾਹਿਬ ਦੇ ਵਿੱਚ ਕੀਤੀ ਆ, ਔਰ ਨਾਮ ਦੇ ਮੁਤਾਬਕ ਹੀ ਉਹਨਾਂ ਨੇ ਦੱਸਿਆ ਆ ਕਿ ਸੱਚ ਨੂੰ ਕਿਸ ਤਰੀਕੇ ਦ੍ਰਿੜ ਕੀਤਾ ਜਾਵੇ। ਔਰ ਫਿਰ ਖੰਡਾਂ ਦੀ ਆਪਾਂ ਅੱਜ ਵਿਚਾਰ ਕੀਤੀ ਆ, और सब तो वड्डी ये विचार आ कि तुसी आपदे जोर दे मुताबिक जिहड़ा आ ना तो सिमरन कर सकदे, ना जोर दे नाल तुसी कथा कर सकदे, ना तुसी शब्द नूं सुण सकदे हो, ना सुरती ज्ञान विचार कर सकदे हो। जोर दे नाल ना शरीर छुड़ सकदा, ये तां गुर दी मत लैनी पऊगी। गुर की मत तू ले ए आणे। हुण गुरु दी मत जदों लैंदे आ, गुरमंत्र श्री गुरु ग्रंथ साहिब जी दी बाणी दे विचों आपां जदों पुछदे आ, सो तां ओह आपां नूं वार-वार शब्द दा अभ्यास कह रहे आ, गुरमंत्र का जिहड़ा आ वो मेहनत मशक्कत दस रहे आ, ते उदों जाके फिर अपना मन जिहड़ा वो टिकाऊ दे विच आउंदा है। वो खेल दा जिहड़ा आपां नूं फिर भेत आउंदा है, किस तरीके आपां चलना है। हाँ जी, शरीर दे विच जिहड़े वसण वाले साडे छोटे छोटे जी आ, जिहड़े साडे अंदर सैल हुंदे आ, जिहड़े अपने लखां करोड़ां जीव अंदर जिहड़ियां साडीआं जूनां वसदियां आ रूमां दे विच, ਜਦੋਂ ਅਸੀਂ ਸਿਮਰਨ ਕਰਦੇ ਆ ਸਾਡੇ ਅੰਦਰ ਅੰਮ੍ਰਿਤ ਰਸ ਦੀ ਧਾਰ ਚੱਲਦੀ ਆ, ਉਹ ਅੰਮ੍ਰਿਤ ਰਸ ਸਾਡੇ ਅੰਦਰ ਚੱਲਦਾ, ਅਨਹਦ ਬਾਣੀ ਅੰਦਰ ਚੱਲਦੀ ਆ, ਤੇ ਅੰਦਰ ਜਿਹੜੇ ਉਹ ਅੰਮ੍ਰਿਤ ਰਸ ਜਿਵੇਂ ਜਿਵੇਂ ਸਰੀਰ ਦੇ ਵਿੱਚ ਸਪਲਾਈ ਹੁੰਦਾ ਜਾਂਦਾ ਤੇ ਉਹ ਸਾਰਾ ਸਰੀਰ ਜਿਹੜਾ ਉਹ ਮੁਕਤ ਹੋ ਜਾਂਦਾ। ਔਰ ਬਾਹਰੋਂ ਵੀ ਜਿਵੇਂ ਆ ਗੁਰਮੁਖ ਆਪਾਂ ਸਾਰੇ ਵਿਚਾਰ ਕਰਕੇ ਬੈਠੇ ਆ, ਜਦੋਂ ਆਪਾਂ ਸੱਚ ਦੀ ਉਸਤਤ ਕਰਦੇ ਆ, ਮਾਲਕ ਦੀ ਉਸਤਤ ਕਰਦੇ ਆ, ਤੇ ਜਿਹੜੇ ਜਿਹੜੇ ਫਿਰ ਬਾਹਰੋਂ ਜੀਵ ਸੁਣ ਕੇ ਮੰਨ ਜਾਂਦੇ ਆ, ਉਹ ਅਭਿਆਸ ਕਰਨਾ ਚਾਹੁੰਦੇ, ਉਹ ਵੀ ਮੁਕਤ ਹੋ ਜਾਂਦੇ ਆ। बाहर वाले ने तो मुक्त होना ही होना, पर पहलों तो असीं आपदा शरीर करना ना नाल छिड़ा के लेके जाना। मनमुख के शरीर दे विच ना तो रस है, ना ही नाम आ, ना गुरमंत्र का अभ्यास आ, ते वो आप भी जूना च जांदा, जदों दे शरीर नूं जालिया जांदा वो भी जूना च जांदा। पर गुरमुख दे अंदर गुरमंत्र भी है, नाम भी है, रस भी है, वो आप भी सच च जांदे आ, ते जिहड़े उन्हां दे शरीर दे विच वसण वाले लखां करोड़ां जीव आ वो भी सच च जांदे आ। सो बाहर वाले ने तो जिवें जिवें गल मननी आ गुरमुख दी, साधु दी, संत दी, जिहड़े भगत दी, उन्होंने तो जिवें जिवें मन के कमाई करनी है उन्होंने तो निकलना ही आ। पर सब तो पहला गुरमुख आपदे मन नूं ते आपदे शरीर दे विच वसण वाले जिन्हों कुलां कह दित्तियां उन्हां नूं मुक्त कराउंदे आ, क्योंकि ये भी सारा परिवार आ, मन राजा आ। सो ये आपां नूं गुरबाणी दे विच सारा भेत जिहड़ा दस्सिया होया। थोड़ा जिहा आपां अभ्यास करके जपजी साहिब दी कथा दी समाप्ति हुई है, फिर आपां गुरमंत्र दा अभ्यास करदे हां। हाँ जी करिए शुरू, फिर अभ्यास थोड़ा सहज विच करियो। वाहिगुरू वाहिगुरू।